ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 173 ਤੇ ਵਿਚਾਲੇ ਜੇ ਕਰਕੇ 2 ਨੰਬਰ ਤੋਂ ਬਾਅਦ ਹੈ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਹੇ ਮੇਰੇ ਪਿਆਰਿਆ, ਹੇ ਮੇਰੇ ਗੋਬਿੰਦਾ, ਹੇ ਹਰੀ, ਕਿਰਪਾ ਕਰਕੇ ਮੇਰੇ ਮਨ 'ਚ ਵਸ ਜਾਓ। ਮਨ ਚਿੰਦੇੜਾ ਫਲ ਪਾਇਆ ਮੇਰੇ ਗੋਬਿੰਦਾ, ਗੁਰ ਪੂਰਾ ਵੇਖ ਵਿਗਸ ਜੀਓ। ਜਦ ਮੈਂ ਪੂਰੇ ਗੁਰੂ ਦੇ ਦਰਸ਼ਨ ਕੀਤੇ, ਗੁਰਪੂਰਾ ਵੇਖ ਕੇ ਦਰਸ਼ਨ ਕਰਕੇ ਵਿਗਸ ਜੀਓ, ਮਨ ਖਿੜ ਉੱਠਿਆ। ਮਨ ਚਿੰਦੇੜਾ ਫਲ ਪਾਇਆ, ਅਤੇ ਜੋ ਮਨ ਵਿੱਚ ਇੱਛਾ ਸੀ, ਜੋ ਮਨ ਵੀ ਉਹ ਫਲ ਮੈਨੂੰ ਪ੍ਰਾਪਤ ਹੋ ਗਿਆ ਹੈ। ਭਾਵ ਮੇਰੀ ਇੱਛਾ ਪੂਰੀ ਹੋ ਗਈ ਹੈ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅਨ ਦਿਨ ਆਨੰਦ ਰਹਿਸ ਜੀਓ। ਸੁਹਾਗਣਾ ਜਿਹੜੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਮਿਲ ਗਿਆ। ਦੁਹਾਗਣਾ ਨੂੰ ਨਹੀਂ ਮਿਲਦਾ। ਸੁਹਾਗਣਾ ਕਿਹਨੂੰ ਕਹਿੰਦੇ ਨੇ? ਜੋ ਪ੍ਰਭੂ ਪਤੀ ਵਾਲੀਆਂ ਹਨ। ਜਿਹਦਾ ਪਤੀ ਜਿਉਂਦਾ ਹੈ ਅਤੇ ਜਿਹਦਾ ਪਤੀ ਨਾਲ ਹੈ, ਉਸ ਨੂੰ ਸੁਹਾਗਣ ਆਪਾਂ ਕਹਿੰਦੇ। ਸੋ ਸੁਹਾਗਣਾ ਨੂੰ ਨਾਮ ਮਿਲਦਾ ਜਿਹੜੇ ਪ੍ਰਭੂ ਪਤੀ ਵਾਲੀਆਂ ਹਨ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅਨ ਦਿਨ ਆਨੰਦ ਰਹਿਸ ਜੀਓ। ਹੁਣ ਉਹਨਾਂ ਦਾ ਮਨ ਦਿਨ ਰਾਤ ਆਨੰਦ 'ਚ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ, ਨਿਤ ਲੈ ਲਾਹਾ ਮਨ ਹਸ ਜੀਓ। ਹਰੀ ਵੀ ਵੱਡੇ ਭਾਗਾਂ ਨਾਲ ਮਿਲਦਾ ਹੈ। ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ, ਵੱਡੇ ਭਾਗਾਂ ਨਾਲ ਹਰੀ ਪ੍ਰਾਪਤ ਹੁੰਦਾ ਹੈ। ਨਿਤ ਲੈ ਲਾਹਾ ਮਨ ਹਸ ਜੀਓ। ਅਤੇ ਫਿਰ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਮਨ 'ਚ ਖੁਸ਼ ਹੁੰਦਾ। ਹੱਸ ਮੈਨੇ ਖੁਸ਼ ਹੋਣਾ, ਹੱਸਣਾ। ਆਪਾਂ ਜਦੋਂ ਖੁਸ਼ ਹੁੰਦੇ ਤਾਂ ਹੀ ਹੱਸਦੇ ਹਨ। ਸੋ ਮਨ ਫਿਰ ਖੁਸ਼ ਹੋ ਜਾਂਦਾ ਹੈ। ਨਿਤ ਨਾਮ ਦਾ ਲਾਹਾ ਲੈਂਦਾ ਅਤੇ ਮਨ ਖੁਸ਼ ਰਹਿੰਦਾ ਹੈ। ਹਰ ਆਪ ਉਪਾਏ ਹਰ ਆਪੇ ਵੇਖੈ, ਹਰ ਆਪੇ ਕਾਰੈ ਲਾਇਆ ਜੀਓ। ਪਰਮਾਤਮਾ ਆਪ ਹੀ ਸੰਸਾਰ ਨੂੰ ਪੈਦਾ ਕਰਦਾ, ਉਪਾਏ ਪੈਦਾ ਕਰਦਾ ਹੈ। ਆਪ ਹੀ ਵੇਖੈ, ਦੇਖਭਾਲ ਕਰਦਾ ਹੈ। ਹਰ ਆਪੇ ਕਾਰੈ ਲਾਇਆ ਜੀਓ, ਅਤੇ ਆਪ ਹੀ ਸੰਸਾਰ ਨੂੰ ਕੰਮ ਚਲਾਉਂਦਾ ਹੈ। ਤਾਂ ਹੀ ਗੁਰਬਾਣੀ ਕਹਿੰਦਾ, ਜਿਤ ਜਿਤ ਲਾਵੋ ਤਿਤ ਤਿਤ ਲਗਣਾ। ਜਿਸ ਪਾਸੇ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੋਇਆ, ਉਸੇ ਪਾਸੇ ਪਰਮਾਤਮਾ ਲੱਗਿਆ ਹੋਇਆ ਹੈ। ਆਪਣੀ ਮਰਜ਼ੀ ਨਾਲ ਨਹੀਂ ਅਸੀਂ ਪਾਠ ਸਿੱਖਣ ਆਏ ਜਾਂ ਕਥਾ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ। ਨਹੀਂ, ਸਾਨੂੰ ਪਰਮਾਤਮਾ ਨੇ ਭੇਜਿਆ। ਦਾਸ ਨੂੰ ਕਥਾ ਕਰਨ ਦੀ ਦਾਤ ਪਰਮਾਤਮਾ ਨੇ ਦਿੱਤੀ ਹੈ। ਮੈਂ ਕੋਈ ਕਿਸੇ ਤੋਂ ਟ੍ਰੇਨਿੰਗ ਨਹੀਂ ਲਈ, ਮੈਂ ਕਿਸੇ ਟਕਸਾਲ 'ਚ ਨਹੀਂ ਗਿਆ, ਮੈਂ ਕਿਤੋਂ ਕੁਛ ਸਿੱਖਿਆ ਨਹੀਂ, ਬਸ ਕੁਦਰਤ ਵੱਲੋਂ ਹੀ ਸੀ। ਇਹ ਕੁਦਰਤੀ ਦਾਤ ਹੈ। ਇੱਕ ਤਾਂ ਹਾਂ ਜੀ ਮੈਂ ਕਿਸੇ ਟਕਸਾਲ ਤੋਂ ਪਾਠ ਸਿੱਖਿਆ ਜਾਂ ਕਥਾ ਵਾਰਤਾ ਸਿੱਖੀ, ਨੋ, ਮੈਂ ਕਿਸੇ ਕੋਲ ਨਾ ਕੋਈ ਪਾਠ ਸਿੱਖਣ ਗਿਆ ਨਾ ਕੋਈ ਕਥਾ ਸਿੱਖਣ ਗਿਆ। ਕੁਦਰਤ ਵੱਲੋਂ ਹੀ ਬਸ ਕਿਰਪਾ ਹੋ ਗਈ। ਹਾਂ, ਕਿਤਾਬਾਂ ਮੈਂ ਜ਼ਰੂਰ ਪੜ੍ਹੀਆਂ ਤਾਂ ਜੋ ਮੈਨੂੰ ਜਿਹੜਾ ਠੀਕ ਚੰਗੀ ਤਰ੍ਹਾਂ ਗੱਲ ਸਮਝ ਆ ਜਾਏ। ਸੋ ਜੇ ਆਪਾਂ ਅੱਜ ਕਥਾ ਸੁਣ ਰਹੇ ਹਾਂ ਜਾਂ ਕਰ ਰਹੇ, ਉਹਦੀ ਕਿਰਪਾ ਹੈ। ਉਹਨੇ ਸਾਨੂੰ ਤੰਦਰੁਸਤੀ ਦਿੱਤੀ ਤਾਂ ਹੀ ਆਏ, ਇੱਕ ਸਾਨੂੰ ਵੇਹਲ ਦਿੱਤੀ ਤਾਂ ਹੀ ਆਏ, ਇੱਕ ਉਹਨੇ ਅੰਦਰੋਂ ਸਾਨੂੰ ਕਿਹਾ, ਪ੍ਰੇਰਿਆ ਵੀ ਜਾਓ ਭਾਈ ਕਥਾ ਸੁਣੋ। ਨਹੀਂ ਤਾਂ ਉਹ ਚਲ ਘਰ ਹੀ ਸੁਣ ਲੈਂਦੇ ਹਾਂ, ਕਿਹੜਾ ਜਾਊਗਾ ਆਊਗਾ, ਬੰਦਾ ਐਂ ਢਿੱਲ ਕਰ ਜਾਂਦਾ ਹੈ। ਪਰ ਨਹੀਂ, ਇੱਕ ਘਰ ਬੈਠ ਕੇ ਕਥਾ ਸੁਣਨੀ ਹੁੰਦੀ ਹੈ, ਇੱਕ ਗੁਰੂ ਦੇ ਦਰ 'ਤੇ ਆ ਕੇ ਦਰਬਾਰ 'ਚ ਬੈਠ ਕੇ ਕਥਾ ਸੁਣਨੀ ਦਾ ਫਰਕ ਹੁੰਦਾ ਦੋਨਾਂ 'ਚ। ਕਦੇ ਦੇਖ ਲਿਓ ਭਾਵੇਂ। ਆ ਜਿਹੜੇ ਤੁਸੀਂ ਇੱਥੇ ਬੈਠ ਕੇ ਕਥਾ ਸੁਣਦੇ ਹੋ, ਇਹੀ ਕਥਾ ਤੁਸੀਂ ਘਰ ਬੈਠ ਕੇ ਸੁਣਿਆ,
ਉਹ ਗੱਲ ਨਹੀਂ ਬਣੇਗੀ ਜੋ ਇੱਥੇ ਬਣਦੀ ਹੈ, ਕਿਉਂ ਗੁਰੂ ਦੀ ਹਜ਼ੂਰੀ ਸਾਹਮਣੇ ਹੈ। ਹਾਂਜੀ, ਇਹ ਸਤ ਸੰਗਤ ਹੈ। ਸੰਗਤ 'ਚ ਬੈਠ ਕੇ ਆਨੰਦ ਹੋਰ ਹੁੰਦਾ ਹੈ, ਘਰ ਬੈਠ ਕੇ ਹੋਰ ਗੱਲ ਹੁੰਦੀ ਹੈ। ਤਾਂ ਲੋਕ ਜਾਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਹਰ ਆਪ ਉਪਾਏ ਹਰ ਆਪੇ ਵੇਖੈ, ਹਰ ਆਪੇ ਕਰੈ ਲਾਇਆ ਜੀਉ। ਇੱਕ ਖਾਵੇਂ ਬਖਸ਼ ਤੋਟ ਨਾ ਆਵੇ। ਇੱਕ ਇਹਨਾਂ ਨੂੰ ਪਰਮਾਤਮਾ ਇੰਨਾ ਦਿੱਤਾ ਕਿ ਖਾ ਰਹੇ ਨੇ, ਕੋਈ ਕਮੀ ਨਹੀਂ ਹੁੰਦੀ। ਮੇਰੀ ਦਿੱਤੀ ਹੈ, ਖਾਣ ਪੀਣ ਨੂੰ ਵਾਧੂ ਦਿੱਤਾ। ਇੱਕ ਨਾ ਫੱਕਾ ਪਾਇਆ, ਜੇ ਫੱਕਾ ਤਾਂ ਥੋੜ੍ਹਾ ਜਿਹਾ, ਅਤੇ ਕਿਸੇ ਨੂੰ ਥੋੜ੍ਹਾ ਦਿੱਤਾ ਖਾਣ ਨੂੰ। ਕਿਸੇ ਨੂੰ ਵਾਧੂ ਦਿੱਤਾ ਹੈ, ਕੋਈ ਕਮੀ ਨਹੀਂ ਹੈ, ਕਿਸੇ ਨੂੰ ਥੋੜ੍ਹਾ ਦਿੱਤਾ ਖਾਣ ਨੂੰ। ਕਿਸੇ ਦੇ ਭਾਗਾਂ 'ਚ ਅਮੀਰੀ ਲਿਖਤੀ, ਕਿਸੇ ਦੇ ਭਾਗਾਂ 'ਚ ਗਰੀਬੀ ਲਿਖਤੀ, ਕਿਆ ਕਰੇ। ਪਰਮਾਤਮਾ ਨੇ ਸਾਡੇ ਕਰਮ ਵੇਖ ਕੇ ਸਾਡੀ ਅਮੀਰੀ ਗਰੀਬੀ ਲਿਖੀ ਹੈ। ਨਹੀਂ ਤਾਂ ਉਹਨੂੰ ਕਿਸੇ ਨੂੰ ਗਰੀਬ ਕਰਨਾ, ਕਿਸੇ ਨੂੰ ਅਮੀਰ ਕਰਨਾ, ਕਿਆ ਫਾਇਦਾ। ਉਹ ਰੱਬ ਕਾਹਦਾ, ਰੱਬ ਕਾਹਦਾ। ਜਿਹੜਾ ਚੰਗਾ ਬਾਪ ਹੁੰਦਾ, ਜੇ ਉਹਦੇ ਦੋ ਪੁੱਤਰ, ਦੋਨਾਂ ਇੱਕੋ ਜਿਹਾ ਸਲੂਕ ਕਰਦਾ, ਮਤਲਬ ਦੋਨੋਂ ਤਾਂ ਪੁੱਤਰ ਨੇ ਉਹਦੇ, ਦੋਨਾਂ ਬਰਾਬਰ ਦੀ ਜਾਇਦਾਦ ਦਿੰਦਾ ਹੈ ਉਹ। ਅਸੀਂ ਸਾਰੇ ਪਰਮਾਤਮਾ ਦੇ ਧੀਆਂ ਪੁੱਤਰ ਹਾਂ। ਇਸ ਲਈ ਉਹ ਤਾਂ ਸਾਨੂੰ ਸਭ ਕੁਝ ਦਿੰਦਾ ਹੀ ਦਿੰਦਾ ਹੈ। ਇਹ ਤਾਂ ਸਾਡੀ ਆਪਣੀ ਕਿਸਮਤ ਹੈ ਕਿ ਉਸ ਕਿਸੇ ਨੂੰ ਅਮੀਰ ਕਰ ਦਿੰਦੀ, ਕਿਸੇ ਨੂੰ ਗਰੀਬ ਕਰ ਦਿੰਦੀ। ਕੋਈ ਵਧੀਆ ਹੋ ਗਿਆ, ਕੋਈ ਘਟੀਆ ਹੋ ਗਿਆ। ਹੁੰਦਾ ਉਹਦਾ ਹੁਕਮ ਹੈ। ਕਰਮ ਸਾਡੇ ਆਪਣੇ ਹੁੰਦੇ ਨੇ, ਹੁੰਦਾ ਉਹਦਾ ਹੁਕਮ ਹੈ। ਉਹ ਜੋ ਭਾਗਾਂ 'ਚ ਲਿਖਦਾ ਫਿਰ ਉਹੀ ਮਿਲਦਾ ਬਸ। ਉਹ ਭਾਗਾਂ 'ਚ ਲਿਖਦਾ, ਲਓ ਭਾਈ ਤੁਸੀਂ ਕਥਾ ਕਰੋਗੇ ਅਤੇ ਤੁਸੀਂ ਭਾਈ ਸੁਣਿਆ ਕਰੋਗੇ। ਲਿਖਿਆ ਤੂੰ ਪਾਠ ਸਿਖਾਏਂਗਾ ਭਾਈ, ਇਹ ਪਾਠ ਸਿੱਖਣਗੇ ਤੇਰੇ ਤੋਂ। ਸੋ ਇਹ ਲਿਖਿਆ ਹੁੰਦਾ ਤਾਂ ਬੰਦਾ ਆਉਂਦਾ ਹੈ। ਔਰ ਕਦੋਂ ਸਿੱਖਣ ਆਵੇਗਾ, ਉਦੋਂ ਹੀ ਆਉਂਦਾ ਉਹ। ਭਾਵੇਂ ਗੁਆਂਢ ਦੇ ਵਿੱਚ ਸੰਥਾ ਦਿੱਤੀ ਜਾ ਰਹੀ ਹੋਵੇ, ਨਹੀਂ ਆਉਂਦਾ। ਆਪਣਾ ਸਤਸੰਗੀ ਹੈ, ਉਹ 25 ਸਾਲ ਵੇਖਦਾ ਰਿਹਾ। ਉਹ 25 ਸਾਲ ਵੇਖਦਾ ਰਿਹਾ ਵੀ ਲੋਕ ਪਾਠ ਸਿੱਖ ਕੇ ਜਾਂਦੇ ਨੇ। 25 ਸਾਲਾਂ ਬਾਅਦ ਖਿਆਲ ਆਇਆ, ਜਦ ਦੇਖੋ ਅੰਦਰ ਕੁਦਰਤ ਵੱਲੋਂ, ਵੀ ਕਮਾਲ ਹੈ ਯਾਰ, ਤੇਰੇ ਸਾਹਮਣੇ ਇੰਨੀ ਦੁਨੀਆ ਪਾਠ ਸਿੱਖ ਕੇ ਚਲੀ ਗਈ ਗੁਆਂਢ ਮੱਥੇ, ਤੂੰ ਇੱਥੋਂ ਹੀ ਉੱਠ ਕੇ ਨਹੀਂ ਜਾਂਦਾ। ਅਤੇ ਫਿਰ ਸਾਡੇ ਪੱਕੇ ਸਤਸੰਗੀ ਹੋ ਗਏ। ਉਹ ਅੰਦਰ ਪ੍ਰੇਰਨਾ ਹੋ ਗਈ। ਇਸ ਲਈ ਬੰਦਾ ਆਪਣੀ ਮਰਜ਼ੀ ਨਾਲ ਨਹੀਂ ਕੁਛ ਕਰਦਾ, ਉਹਨੂੰ ਅੰਦਰ ਉਸ ਤਰ੍ਹਾਂ ਦੀ ਪ੍ਰੇਰਨਾ ਹੁੰਦੀ ਹੈ, ਤਾਂ ਉਸ ਤਰ੍ਹਾਂ ਕਰਦਾ। ਹੁਣ ਮੰਨ ਲਓ 105 ਨੰਬਰ ਤੋਂ ਲੈ ਕੇ 116 ਨੰਬਰ ਨੇ ਘਰ ਇਸ ਗਲੀ 'ਚ ਸਪੋਜ਼ ਕਰੋ, ਕੋਈ ਚੋਰ ਆ ਗਿਆ, ਉਹ ਨਾ ਤੁਰਿਆ ਜਾ ਰਿਹਾ, ਜਿੱਥੋਂ ਉਹਨੂੰ ਪ੍ਰੇਰਨਾ ਮਿਲੇ ਇਹਨਾਂ ਦੇ ਘਰ ਵੜ ਜਾ, ਉਹਦੇ ਵੜੂਗਾ, ਬਾਕੀ ਸਾਰੇ ਛੱਡ ਦੇਗਾ। ਬਾਕੀ ਕਲੋਨੀ 'ਚ ਚੋਰ ਆ ਗਏ ਨੇ, ਇੱਕ ਦੋ ਘਰ 'ਚ ਵੜਦੇ, ਬਾਕੀ ਸਾਰੀ ਕਲੋਨੀ ਨੂੰ ਛੱਡ ਦਿੰਦੇ ਨੇ। ਆਰ ਕਰਕੇ ਉਹ ਅੰਦਰੋਂ ਪ੍ਰੇਰਿਆ ਨੂੰ ਵੀ ਹਾਂ ਇਹਨਾਂ ਦੇ ਜਾ, ਬਸ ਉਹਨਾਂ ਦੇ ਜਾਂਦਾ। ਸੋ ਇਸ ਕਰਕੇ ਇਹ ਪਰਮਾਤਮਾ ਹੀ ਸਾਡੇ ਕਿਸਮਤ ਲਿਖਦਾ ਹੈ। ਕਰਮ ਅਸੀਂ ਕਰਦੇ ਹਾਂ, ਕਿਸਮਤ ਉਹ ਲਿਖਦਾ ਹੈ। ਇਸ ਲਈ ਉਹਨੂੰ ਕਰਮ ਵਿਧਾਤਾ ਕਹਿੰਦੇ ਨੇ, ਕਰਮਾਂ ਦਾ ਫਲ ਦੇਣ ਵਾਲਾ। ਜੋ ਅਸੀਂ ਕਰਮ ਕਰਦੇ ਹਾਂ, ਫਲ ਉਹਦਾ ਪਰਮਾਤਮਾ ਦਿੰਦਾ ਹੈ। ਅਤੇ ਉਹ ਫਿਰ ਕਿਸਮਤ ਦੇ ਰੂਪ 'ਚ ਦਿੰਦਾ, ਵੀ ਜਾ ਦੁੱਖ ਸੁੱਖ ਖੁਸ਼ੀ ਗਮੀ ਅਮੀਰੀ ਗਰੀਬੀ ਲਿਖ ਕੇ ਫਿਰ ਭੇਜਦਾ ਹੈ। ਉਹ ਜੋ ਫਿਰ ਲਿਖਿਆ ਹੁੰਦਾ ਬੰਦਾ ਉਹਦੇ ਅਨੁਸਾਰ ਹੀ ਕਰਦਾ ਰਹਿੰਦਾ, ਉਹਦੀ ਰੁਚੀ, ਉਹਦਾ ਧਿਆਨ, ਉਹਦੇ ਖਿਆਲ ਉਸ ਤਰ੍ਹਾਂ ਦੇ ਹੋ ਜਾਂਦੇ ਹਨ। ਅੱਗੇ ਕਹਿੰਦੇ, ਇੱਕ ਨਾ ਫੱਕਾ ਪਾਇਆ ਜੀ, ਕਈਆਂ ਨੂੰ ਕਿੰਨੇ ਦਿੱਤਾ, ਇੱਕ ਖਾਵੇਂ ਬਖਸ਼ ਤੋਟ ਨਾ ਆਵੇ। ਕਈ ਤਾਂ ਦਿੱਤੇ ਉਹਦੀ ਬਖਸ਼ਿਸ਼ ਨੂੰ ਖਾ ਰਹੇ ਨੇ, ਕੋਈ ਕਮੀ ਨਹੀਂ ਆ ਰਹੀ। ਇੱਕ ਨਾ ਥੋੜ੍ਹਾ ਜਿਹਾ ਫੱਕਾ ਹੁੰਦਾ, ਥੋੜ੍ਹਾ ਜਿਹਾ ਜਿਵੇਂ ਆਪਾਂ ਦਾਣੇ ਚੱਬ ਰਹੇ, ਥੋੜ੍ਹੇ ਜਿਹੇ ਦਾਣੇ ਲਏ ਮੂੰਹ 'ਚ ਪਾਏ, ਉਹ ਪੱਕਾ ਮਾਰ ਲਓ। ਕਈ ਵਾਰ ਆਪਾਂ ਕਹਿੰਦੇ ਪੱਕਾ ਮਾਰ ਲਿਆ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ। ਕਈ ਰਾਜੇ ਨੇ, ਰਾਜ ਗੱਦੀ 'ਤੇ ਬੈਠੇ ਨੇ, ਸੁੱਖ ਮਾਣ ਰਹੇ ਨੇ। ਇੱਕ ਨਾ ਭਿੱਖ ਮੰਗਾਇਆ ਜੀ, ਅਤੇ ਕਈਆਂ ਤੋਂ ਭਿੱਖ ਮੰਗਾਉਂਦਾ, ਭਿੱਖਿਆ ਮੰਗਾਉਂਦਾ, ਜਾ ਦਰ ਦਰ ਫਿਰੀ ਜਾ। ਕਈਆਂ ਨੂੰ ਰਾਜੇ ਬਣਾਤਾ, ਜਾ ਮੌਜ ਕਰ। ਕਈਆਂ ਨੂੰ ਕਹਿੰਦੇ ਚਲੋ ਭਿੱਖਿਆ ਮੰਗ। ਕਹਿੰਦੇ ਜਿਹਨੇ ਬਹੁਤ ਪਿਛਲੇ ਜਨਮ 'ਚ ਤਪੱਸਿਆ ਕੀਤੀ ਹੋਵੇ, ਉਹਨੂੰ ਰਾਜ ਮਿਲਦਾ। ਤਪੋਂ ਰਾਜ ਅਤੇ ਰਾਜੋਂ ਫਿਰ ਨਰਕ। ਚੱਲ ਵੀ ਸੱਜਣਾ, ਹੁਣ
ਤੂੰ ਬਥੇਰਾ ਅਨਿਆਂ ਕਰ ਲਿਆ, ਤੂੰ 5-7 ਸਾਲ ਬਥੇਰਾ ਜ਼ੁਲਮ ਕਰ ਰਿਹਾ, ਤੂੰ ਬਥੇਰਾ ਲੋਕਾਂ ਨੂੰ ਲੁੱਟ ਲਿਆ ਹੈ, ਕਰੋੜਾਂ ਅਰਬਾਂ ਰੁਪਏ ਤੂੰ ਇਕੱਠੇ ਕਰ ਲੈ, ਚੱਲ ਦਫਾ ਨਰਕ ਭੋਗੀ ਜਾ। ਕਿ ਫਿਰ ਉਹਨਾਂ ਨਰਕਾਂ 'ਚ ਪਏ ਜੋ ਦਫਾ ਹੋ ਤੁਸੀਂ। ਪਰ ਮਨੁੱਖ ਇਹ ਨਾ ਗਿਆਨ ਹੋਣ ਕਾਰਨ ਬਸ ਲੱਗਿਆ ਇੱਥੇ ਜਿਹਨੂੰ ਕੋ ਲੈ ਕਿਹੜਾ ਪੁੱਛਦਾ ਬਸ ਐਂ ਕਿ ਕਿਹੜਾ ਪੁੱਛਦਾ। ਪਰਮਾਤਮਾ ਕਹਿੰਦਾ ਕੋਈ ਨਹੀਂ ਆਲਾ ਹੈ, ਮੈਂ ਪੁੱਛੂ ਤੈਨੂੰ ਜਾਏਗਾ ਕਿੱਥੇ। ਮੈਂ ਜਮਦੂਤ ਰੱਖਣ ਦੇ ਡੰਡੇ ਦੇ ਡੰਡਾ ਦੇ ਡੰਡੇ ਠੇਂਗੇ ਪੈਂਦੇ ਨੇ ਫਿਰ 14 ਕਿਲੋ ਭਾਰੇ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਫਿਰ ਬਾਂਹ ਬਾਂਹ ਕਰਦੇ ਉੱਥੇ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ, ਇੱਕ ਨਾ ਭਿਖ ਮੰਗਾਇਆ ਜੀਓ। ਸਭ ਇੱਕੋ ਸ਼ਬਦ ਵਰਤਦਾ, ਸ਼ਬਦ ਦਾ ਹੁਕਮ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ। ਜਨ ਨਾਨਕ ਨਾਮ ਧਿਆਇਆ ਜੀ। ਉਸ ਪਰਮਾਤਮਾ ਦਾ ਹੀ ਹੁਕਮ ਵਰਤ ਰਿਹਾ ਸਭ ਥਾਂ 'ਤੇ। ਜਨ ਨਾ ਜਿਹੜਾ ਉਹਦੇ ਜਨ ਹੁੰਦੇ ਹਨ, ਜਿਹੜੇ ਦੇ ਭਗਤ ਸੇਵਕ ਹੁੰਦੇ ਨੇ, ਨਾਮ ਧਿਆਇਆ ਜੀ, ਉਹ ਫਿਰ ਨਾਮ ਜਪਦੇ ਨੇ, ਉਹ ਨਾਮ ਜਪਦੇ ਨੇ ਕਿਉਂ ਉਹਨਾਂ ਨੂੰ ਹੁਕਮ ਹੈ ਜਪੋ ਭਾਈ ਨਾਮ। ਗੌੜੀ ਮਾਝ ਮਹਿਲਾ ਚੌਥਾ। ਮਨ ਮਾਹੀ ਮੇਰੇ ਗੋਬਿੰਦਾ, ਹਰ ਰੰਗ ਰੱਤਾ ਮਨ ਮਾਹੀ ਜੀ ਮਾਹੀ। ਮਨ ਮਾਹੀ ਮੇਰੇ ਗੋਬਿੰਦਾ, ਹਰ ਰੰਗ ਰੱਤਾ ਮਨ ਮਾਹੀ ਜੀਓ। ਹੇ ਮੇਰੇ ਗੋਬਿੰਦਾ, ਮੇਰੇ ਮਨ ਵਿੱਚ ਮਨ ਮਾਹੀ, ਮਨ ਵਿੱਚ ਹਰੀ ਦਾ ਪਿਆਰ, ਮੇਰਾ ਹਰੀ ਦੇ ਪਿਆਰ ਨਾਲ ਮੇਰਾ ਮਨ ਰੱਤਾ ਰੰਗਿਆ ਹੋਇਆ ਹੈ। ਹਰ ਰੰਗ ਰੱਤਾ ਮਨ ਮਾਹੀ, ਮੇਰਾ ਮਨ ਹਰੀ ਦੇ ਪਿਆਰ 'ਚ ਰੰਗਿਆ ਹੋਇਆ ਹੈ। ਹਰ ਰੰਗ ਨਾਲ ਨਾ ਲਖੀਐ ਮੇਰੇ ਗੋਬਿੰਦ, ਗੁਰ ਪੂਰਾ ਅਲਖ ਲਿਖਾਹੀ ਜੀ। ਹਰੀ ਜੋ ਕਿ ਪ੍ਰੇਮ ਰੂਪ ਹੈ, ਰੰਗ ਪ੍ਰੇਮ ਰੂਪ ਹੈ, ਉਹ ਨਾਲ ਦਿਸਦਾ ਨਹੀਂ ਹੈ। ਲਖੀਐ ਦਿਸਣਾ ਹੈ ਤੇ ਉਹ ਨਾਲ ਹੀ, ਪਰ ਦਿਸਦਾ ਨਹੀਂ ਹੈ। ਗੁਰ ਪੂਰਾ ਅਲਖ ਲਿਖਾਹੀ ਜੀ। ਪਰ ਜਿਹੜਾ ਪੂਰਾ ਗੁਰੂ ਹੈ ਉਹ ਪਰਮਾਤਮਾ ਜੋ ਅਲਖ ਹੈ, ਜੋ ਦਿਸਦਾ ਨਹੀਂ ਹੈ, ਲਿਖਾਹੀ ਜੀ, ਉਹਨੂੰ ਦਿਖਾਉਂਦਾ ਵੀ ਆਹ ਲੈ ਬਈ ਤੇਰੇ ਨਾਲ ਹੀ ਆਹ ਦੇਖ ਲੈ। ਸੋ ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ, ਇਸ ਫਿਰ ਗੁਰੂ ਮਹਾਰਾਜ ਕਿਰਪਾ ਕਰਕੇ ਦਰਸ਼ਨ ਕਰਾਉਂਦੇ, ਪਰਮਾਤਮਾ ਮਿਲਾਉਂਦੇ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਸਭ ਦਾਲ ਦੇ ਦੁੱਖ ਲੈ ਜਾਹੀ ਜੀਓ। ਜਦੋਂ ਹਰੀ ਦੇ ਨਾਮ ਦਾ ਅੰਦਰ ਪ੍ਰਕਾਸ਼ ਹੁੰਦਾ ਹੈ, ਸਾਰੀ ਗਰੀਬੀ ਦਾਲ ਦਿੰਦੀ, ਗਰੀਬੀ ਸਾਰੀ ਗਰੀਬੀ ਸਾਰਾ ਦੁੱਖ ਲੈ ਜਾਂਦਾ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਆਪੇ ਪਰਮਾਤਮਾ ਬਿਧ ਬਣਾ ਕੇ ਤੈਨੂੰ ਅਮੀਰ ਕਰਨ ਦੀ। ਬਿਧ ਉਹਨੇ ਬਣਾਉਣੀ, ਸਾਡਾ ਕੰਮ ਨਾਮ ਜਪੀ ਜਾਣਾ। ਬਿਧ ਮੈਨੇ ਵਿਧੀ ਢੰਗ ਤਰੀਕਾ, ਕੁਝ ਸਬੱਬ ਪਰਮਾਤਮਾ ਬਣਾਉਂਦਾ ਹੈ। ਅਸੀਂ ਬਸ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏਗਾ। ਜਦੋਂ ਨਾਮ ਦਾ ਪ੍ਰਕਾਸ਼ ਹੈ, ਸਾਰਾ ਦਾਲ, ਸਾਰੀ ਗਰੀਬੀ, ਦੁੱਖ, ਸਾਰਾ ਦੁੱਖ ਲੈ ਜਾਏਗਾ, ਖਤਮ ਹੋ ਜਾਏ। ਨਾਮ 'ਚ ਇੰਨੀ ਤਾਕਤ ਹੈ। ਬਸ ਜਪੀ ਜਾਇਆ ਕਰੋ, ਜਪੀ ਜਾਇਆ ਕਰ, ਜਿੰਨਾ ਸਮਾਂ ਮਿਲੇ। ਜਦੋਂ ਯਾਦ ਉਹਦੀ ਲੱਗ ਜਾਓ ਜਪਣ। ਇਹ ਭੁੱਲ ਜਾਂਦਾ ਸਾਨੂੰ, ਕਿਉਂਕਿ ਸੰਸਾਰੀ ਜੀਵ ਹੈ ਨਾ, ਸੰਸਾਰ 'ਚ ਵਿਚਰਦੇ ਹਾਂ, ਸੰਸਾਰੀਆਂ ਨੂੰ ਮਿਲਦੇ ਹਾਂ। ਘਰ ਦੇ ਜੀ ਸੰਸਾਰੀ ਹੁੰਦੇ, ਕੋਈ ਜ਼ਰੂਰੀ ਨਹੀਂ ਸਾਰੇ ਭਜਨ ਬੰਦਗੀ ਵਾਲੇ ਹੋਣ। ਉੱਥੇ ਕੋਈ ਵੱਡੇ ਭਾਗਾਂ ਵਾਲਾ ਘਰ ਹੈ ਜਿੱਥੇ ਸਾਰੇ ਜੀ ਭਜਨ ਬੰਦਗੀ ਵਾਲੇ ਨੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਹ ਪਰਿਵਾਰ ਵੱਡੇ ਭਾਗਾਂ ਵਾਲਾ ਜਿਹਦੇ ਸਾਰੇ ਜੀ ਭਜਨ ਬੰਦਗੀ ਕਰਦੇ। ਇਹ ਬਹੁਤ ਥੋੜ੍ਹੇ ਐਸੇ ਪਰਿਵਾਰ ਹੁੰਦੇ ਨੇ, ਨਹੀਂ ਤਾਂ ਆਮ ਪਰਿਵਾਰ 'ਚ ਇੱਕ ਅੱਧਾ ਜੀ ਹੁੰਦਾ, ਕਈਆਂ 'ਚ ਕੋਈ ਵੀ ਨਹੀਂ ਹੁੰਦਾ। ਸਤਿ ਸ੍ਰੀ ਅਕਾਲ। ਬਸ ਕਈਆਂ 'ਚ ਕੋਈ ਵੀ ਨਹੀਂ ਹੁੰਦਾ, ਅਤੇ ਜਿਹੜਾ ਕਿਸੇ ਇੱਕ ਅੱਧੇ 'ਚ ਹੁੰਦਾ ਵਿਚਾਰੀ ਬੀਬੀ ਹੁੰਦੀ ਹੈ। ਭਾਈ ਤਾਂ ਨਖਿੱਧ ਨੇ, ਇਹ ਤਾਂ ਇਹਨਾਂ ਨੂੰ ਦੇ ਦਿਓ ਪਾਠ, ਕਰਦੇ ਹੀ ਨਹੀਂ ਆਪ। ਮੈਂ ਬੀਬੀਆਂ ਨੂੰ ਕਿਹਾ ਮੈਂ ਤੁਸੀਂ ਠੇਕਾ ਲੈ ਰੱਖਿਆ, ਕੋਈ ਤੂੰ ਇਹਨਾਂ ਦੇ ਗੁਲਾਮ ਵਾਲੇ ਤੈਨੂੰ ਪਾਠ ਮਿਲੇ ਘਰ ਪਾਠ, ਤੈਨੂੰ ਕਹਿ ਲੈ ਕਰ ਲੈ ਤੂੰ। ਹੈਂ ਬਸ ਵੀ ਦੱਸ ਤੇਰੀਆਂ ਲੱਤਾਂ ਟੁੱਟੀਆਂ ਕਿ ਤੂੰ ਨਹੀਂ ਕਰ ਸਕਦਾ। ਤੂੰ ਮੈਂ ਕਹੀਏ ਨਾ ਪੈ ਜਾਣਾ ਨਾ ਜਵਾਕਾਂ ਜਿਹਨੂੰ, ਮਾਂ ਜਾਂ ਭੈਣ ਨੂੰ ਨਾਲ। ਮੈਂ ਕਿਉਂ ਤੇਰੀ ਲੱਤਾਂ ਟੁੱਟੀਆਂ, ਤੂੰ ਕਿਹੜੇ ਪਾਠ ਕਰ ਸਕਦਾ। ਜਾਣਾ ਤੂੰ ਹੈ ਕਨੇਡਾ ਨੂੰ, ਭੈਣ ਪਾਠ ਕਰੇ, ਮਾਂ ਪਾਠ ਕਰੇ, ਕਮਾਲ ਹੈ। ਤੁਸੀਂ ਆਪ ਨਹੀਂ ਕਰ ਸਕਦੇ।
ਹੈ ਗੁਰੂ ਮਹਾਰਾਜ ਸਾਡੀ ਭਾਵਨਾ ਨੂੰ ਵੇਖ ਰਹੇ ਹੁੰਦੇ ਨੇ ਵੀ ਹੈ ਇਹਦਾ ਆਪ ਪਾਠ ਕਰੋ ਜੀ ਨਹੀਂ ਕਰਦਾ ਕੋਈ ਕਰੋ ਜੀ। ਜਿਵੇਂ ਆਪਾਂ ਆਪ ਕੋਈ ਪਾਠ ਨਾ ਕਰੀਏ 6000 ਦਿੱਤਾ ਅਖੰਡ ਪਾਠ ਕਰਾ ਲਿਆ। ਕਿੱਥੇ ਆਪ ਕਰਨਾ ਕਿੱਥੇ ਕਿਸੇ ਤੋਂ ਕਰਾਉਣਾ। ਕਰਨ ਵਾਲਾ 25% ਤਾਂ ਉਹੀ ਲੈ ਗਿਆ, ਨਾਲੇ ਪਾਸ ਪੈਸੇ ਲੈ ਗਿਆ ਨਾਲੇ 25% ਤੁਹਾਡਾ ਪਾਠ ਲੈ ਗਿਆ। ਕਿਉਂ ਪਾਠ ਕਰ ਰਹੇ ਹੋ ਉਹਨੂੰ ਤਾਂ ਕੋਈ ਹਿੱਸਾ ਵਿੱਚੋਂ ਮਿਲੂਗਾ। ਇਹ ਜੇ ਆਪ ਕਰੋ ਸਾਰਾ ਤੁਹਾਡਾ। ਅਖੰਡ ਪਾਠ ਤਾਂ ਆਪਾਂ ਕਹਦੇ ਹਾਂ ਜੀ ਆਪਾਂ ਪਾਠ ਕਰਨਾ ਨਹੀਂ ਆਉਂਦਾ ਜਾਂ ਸਾਡੇ ਕੋਲ ਟਾਈਮ ਨਹੀਂ ਹੈ, ਠੀਕ ਹੈ, ਉਹ ਫਿਰ ਹੋਰ ਗੱਲ ਹੁੰਦੀ ਜਾਂ ਐਮਰਜੈਂਸੀ ਹੈ ਕੋਈ ਛੇਤੀ ਚਾਹੀਦਾ ਹੁੰਦਾ। ਨਹੀਂ ਤਾਂ ਜੇ ਆਪ ਪਾਠ ਹੁੰਦਾ ਘਰ 'ਚ ਕੋਈ ਪਾਠ ਕਰਦੇ ਰਹੋ, ਨਿਤਨੇਮ ਕਰੋ, ਉਹਦੇ ਬਾਅਦ ਜਿਹੜਾ ਚਾਹੇ ਸੁਖਮਨੀ ਸਾਹਿਬ ਦਾ ਪਾਠ ਕਰੋ, ਸਹਿਜ ਪਾਠ ਕਰੋ, ਆਪਣਾ ਕੁਝ ਘੰਟਾ ਐਂ ਕਰ ਲਓ ਵੀ ਮੈਂ ਘੰਟਾ 2 ਘੰਟੇ ਲਾਉਣੇ ਹੀ ਨੇ। 1 ਘੰਟਾ ਦੇਖੋ ਨਿਤਨੇਮ ਨੂੰ ਲੱਗਦਾ ਸਵੇਰੇ ਸ਼ਾਮ। ਸਵੇਰੇ ਮੰਨ ਲਓ ਜੇ ਤੁਸੀਂ 40 ਕੁ ਮਿੰਟਾਂ 'ਚ ਵੀ ਨਿਤਨੇਮ 45 ਮਿੰਟਾਂ 'ਚ ਕਰ ਲਿਆ, ਰਹਿ ਰਾਸ 1600 ਦਾ 15 ਮਿੰਟਾਂ ਦਾ ਪਾਠ ਹੁੰਦਾ। 1 ਘੰਟਾ ਰੋਜ਼ ਇਸ ਲਈ ਹੋ ਗਿਆ। 1 ਘੰਟਾ ਉਂਝ ਕੱਢ ਲਓ, ਜਾਂ ਸਹਿਜ ਪਾਠ ਕਰੋ ਜਾਂ ਕੋਈ ਸੁਖਮਨੀ ਸਾਹਿਬ ਦਾ ਪਾਠ ਕਰੋ ਜਾਂ ਹੋਰ ਜਿਹੜਾ ਮਰਜ਼ੀ ਪਾਠ ਕਰੋ। ਉਂਝ ਤਾਂ ਘੱਟ ਤੋਂ 2.5 ਘੰਟੇ ਚਾਹੀਦੇ ਨੇ। ਦਸਵੰਧ ਕੱਢਣਾ ਜਿੱਥੇ ਅਸੀਂ ਮਾਇਆ ਦਾ ਦਸਵੰਧ ਕੱਢਣਾ ਉੱਥੇ ਆਪਣੇ ਟਾਈਮ ਦਾ ਵੀ ਸੰਬੰਧ ਗੁਰੂ ਲਈ ਕੱਢਣਾ। ਅਤੇ ਟਾਈਮ 24 ਘੰਟੇ ਹੈ ਅਤੇ ਉਹਦਾ ਦਸਵੰਧ 2.5 ਘੰਟੇ ਹੈ। 2.5 ਘੰਟੇ ਪਾਠ ਕਰਨਾ ਹੀ ਕਰਨਾ ਹੈ ਜਾਂ ਸਿਮਰਨ ਕਰਨਾ ਹੀ ਕਰਨਾ। 2.5 ਘੰਟੇ ਭਜਨ ਬੰਦਗੀ ਕਰਨੀ ਹੀ ਕਰਨੀ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਲਗਾਤਾਰ 2.5 ਘੰਟੇ ਬੈਠੋ, ਨਹੀਂ ਟੋਟਲ 2.5 ਘੰਟੇ ਘੱਟ ਤੋਂ ਘੱਟ ਕਰੋ। ਫਿਰ ਅੱਗੇ ਆਪੇ ਕਿਰਪਾ ਹੁੰਦੀ ਰਹਿੰਦੀ। ਜਿਉਂ ਜਿਉਂ ਤੁਹਾਨੂੰ ਵੇਲ ਮਿਲੇਗਾ ਆਪਣੇ ਤੁਰਦੇ ਫਿਰਦੇ ਲੇਟੇ ਬੈਠੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਸੋ ਤਾਂ ਵਾਹਿਗੁਰੂ ਤਾਂ ਅਨਪੜ੍ਹ ਵੀ ਕਰ ਸਕਦਾ ਹੈ, ਕੋਈ ਜ਼ਰੂਰ ਕਈ ਅਨਪੜ੍ਹ ਨੇ ਵਿਚਾਰੇ ਨਹੀਂ ਪਾਠ ਹੁੰਦਾ, ਉਹ ਪਰ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਮੂਲ ਮੰਤਰ ਜਾਪ ਕਰੀ। ਅਨਪੜ੍ਹ ਨੂੰ ਆਮ ਤਾਂ ਮੂਲ ਮੰਤਰ ਤਾਂ ਆਉਂਦਾ ਹੀ ਹੁੰਦਾ ਸਿੱਖਾਂ ਨੂੰ ਤਕਰੀਬਨ। ਹਾਂਜੀ ਸੋ ਲੱਗੇ ਰਹੋ। ਤਾਂ ਕਹਿੰਦੇ ਨੇ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਸਭ ਦਾਲ ਦੁੱਖ ਲੈ ਜਾਹੀ ਜੀ। ਸਾਰੀ ਗਰੀਬੀ ਸਾਰਾ ਦੁੱਖ ਖਤਮ ਹੋ ਜਾਏਗਾ। ਹਰ ਪਦ ਊਤਮ ਪਾਇਆ ਮੇਰੇ ਗੋਬਿੰਦਾ, ਵਡਭਾਗੀ ਨਾਮ ਸਮਾਹੀ ਜੀ। ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਨਾ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਉਹਨਾਂ ਫਿਰ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਸਭ ਤੋਂ ਉੱਚੀ ਪਦਵੀ ਤੁਰੀ ਅਵਸਥਾ, ਸਹਿਜ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ। ਇਹ ਸਭ ਤੋਂ ਉੱਚੀ ਅਵਸਥਾ ਹੁੰਦੀ ਹੈ। 3 ਅਵਸਥਾਵਾਂ ਮਾਇਆ ਦੀਆਂ ਨੇ। ਪਹਿਲੀ ਅਵਸਥਾ ਤਮੋ ਗੁਣ, ਦੂਜੀ ਅਵਸਥਾ ਰਜੋ ਗੁਣ, ਤੀਜੀ ਅਵਸਥਾ ਸਤੋ ਗੁਣ, ਚੌਥੀ ਅਵਸਥਾ ਫਿਰ ਸਹਿਜ ਅਵਸਥਾ ਹੁੰਦੀ, ਜਿੱਥੇ ਜਾ ਕੇ ਕੋਈ ਕਿਸੇ ਪਦਾਰਥ ਦੀ ਖਿੱਚ ਨਹੀਂ ਰਹਿੰਦੀ। ਮੋਹ ਤੋਂ ਨਿਰਲੇਪ ਹੋ ਜਾਂਦਾ ਬੰਦਾ। ਪਰਮਾਤਮਾ ਭਜਨ ਬੰਦੀ ਫਿਰ ਕਰਦਾ ਰਹਿੰਦਾ। ਸੋ ਵੱਡੇ ਭਾਗਾਂ ਨਾਲ ਨਾਮ ਦੇ ਵਿੱਚ ਲੀਨ ਹੁੰਦਾ ਬੰਦਾ। ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਬਿੰਦਾ, ਕਿਨੇ ਹਰ ਪਰ ਡਿਠੜਾ ਨੈਣੀ ਜੀ। ਹੇ ਮੇਰੇ ਪਿਆਰਿਆ, ਹੇ ਮੇਰੇ ਗੋਬਿੰਦਾ, ਕਿਸੇ ਨੇ ਅੱਖਾਂ ਨਾਲ ਪਰਮਾਤਮਾ ਦੇਖਿਆ? ਜੇ ਕਿਸੇ ਨੇ ਦੇਖਿਆ ਕਹਿੰਦੇ ਕੀ ਕਰਾਂ? ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ, ਹਰ ਬਾਝੋ ਧਨ ਕੋ ਲੈਣੀ ਜੀ। ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਵਿਛੋੜੇ ਕਰ ਬਹੁਤ ਵੈਰਾਗ ਵਿੱਚ ਹੈ। ਵੈਰਾਗ ਹੁੰਦਾ ਪਿਆਰ ਤਾਂ ਹੈ ਪਰ ਮੇਲ ਨਹੀਂ ਹੋ ਰਿਹਾ, ਉਹ ਅਵਸਥਾ ਵੈਰਾਗ ਦੀ ਹੁੰਦੀ ਹੈ। ਮੇਰੇ ਅੰਦਰ ਵੈਰਾਗ ਬਹੁਤ ਹੈ। ਹਰ ਬਾਝੋਂ ਧਨ ਕੁਮਲੈਣੀ ਜੀ। ਮੈਂ ਜੀਵ ਇਸਤਰੀ ਪਰਮਾਤਮਾ ਦੇ ਕੁਮਲਾ ਗਈ ਹਾਂ। ਜਿਵੇਂ ਪਤੀ ਜਿਹੜਾ ਹੈ ਕਿਤੇ ਦੂਰ ਚਲਿਆ ਜਾਏ, ਕਈ ਸਾਲ ਆਵੇ ਨਾ, ਤਾਂ ਫਿਰ ਜਿਹੜਾ ਮਗਰੋਂ ਔਰਤ ਜਿਹੜੀ ਹੈ ਉਹ ਉਦਾਸ ਹੋ ਜਾਂਦੀ, ਉਹਨੂੰ ਕੁਮਲਾਉਣਾ ਹੁੰਦਾ, ਉਦਾਸ ਹੋ ਜਾਂਦਾ। ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਸੰਤਾਂ ਨੂੰ ਮਿਲ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਿਹੜਾ ਪਰਮਾਤਮਾ? ਸੱਜਣ, ਜੋ ਸਾਡਾ ਸੱਜਣ ਹੈ। ਸੈਣੀ, ਜੋ ਸਾਡਾ ਮਿੱਤਰ ਹੈ। ਉਸ ਪਰਮਾਤਮਾ ਦੀ ਫਿਰ ਪ੍ਰਾਪਤੀ ਹੋ ਜਾਂਦੀ ਸੰਤਾਂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ। ਹਰ ਆਏ ਮਿਲਿਆ ਜਗਜੀਵਨ ਮੇਰੇ ਗੋਬਿੰਦਾ, ਮੈਂ ਸੁਖ ਵਿਹਾਣੀ ਰਹਿਣੀ ਜੀਓ।
ਜਦੋਂ ਪਰਮਾਤਮਾ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਜਦੋਂ ਆ ਕੇ ਮਿਲ ਪਿਆ ਨਾ, ਮੈਂ ਸੁਖ ਵਿਹਾਣੀ ਰਹਿਣੀ, ਜੇ ਰਹਿਣੀ ਮੈਨੇ ਰਾਤ, ਭਾਵ ਜੀਵਨ ਰੂਪੀ ਰਾਤ ਫਿਰ ਮੇਰੀ ਸੁਖ 'ਚ ਬੀਤਦੀ ਹੈ। ਕਿਉਂਕਿ ਪਰਮਾਤਮਾ ਨੂੰ ਮਿਲਣ ਤੋਂ ਬਾਅਦ ਫਿਰ ਸੁੱਖ ਹੈ ਹਮੇਸ਼ਾ, ਹਮੇਸ਼ਾ ਲਈ ਸੁੱਖ, ਜਿਹਨੂੰ ਆਨੰਦ ਕਹਿੰਦੇ ਨੇ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਸਰੀਰਕ ਦੁੱਖ ਆਉਣਗੇ, ਬੜਾ ਕੁਛ ਆਏਗਾ, ਮਨ ਅਡੋਲ ਰਹੇਗਾ, ਮਨ ਨਹੀਂ ਡੋਲੇਗਾ। ਉਹ ਅਵਸਥਾ ਐਸੀ ਹੁੰਦੀ ਹੈ। ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈਆ ਜੀ। ਮੇਰੇ ਮਨ ਤਨ ਨੂੰ ਪਰਮਾਤਮਾ ਨੂੰ ਮਿਲਣ ਦੀ ਭੁੱਖ ਹੈ, ਤ੍ਰਿਸ਼ਨਾ ਹੈ, ਇੱਛਾ ਹੈ। ਮੇਰੇ ਮਨ ਤਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਭੁੱਖ ਹੈ, ਭਾਵ ਇੱਛਾ ਹੈ। ਭੁੱਖ ਲੱਗੇ ਤਾਂ ਫਿਰ ਰੋਟੀ ਖਾਣ ਦੀ ਇੱਛਾ ਪੈਦਾ ਹੁੰਦੀ ਕਿ ਨਹੀਂ? ਇੱਛਾ ਉਹਦੀ ਪੈਦਾ ਹੁੰਦੀ ਜਦੋਂ ਕਿਸੇ ਦੀ ਲੋੜ ਹੋਵੇ, ਫਿਰ ਇੱਛਾ ਵੀ ਪੈਦਾ ਹੋ ਜਾਂਦੀ ਹੈ। ਜਾਂ ਕਈ ਵਾਰੀ ਕਿਸੇ ਚੀਜ਼ ਨੂੰ ਵੇਖ ਕੇ ਵੀ ਇੱਛਾ ਪੈਦਾ ਹੋ ਜਾਂਦੀ ਹੈ, ਭਾਵੇਂ ਲੋੜ ਨਾ ਹੋਵੇ। ਮੈਂ ਦੇਖਿਆ ਬਾਜ਼ਾਰ ਗਿਆ, ਕੋਈ ਪਸੰਦ ਚੀਜ਼ ਆ ਗਈ ਹੈ, ਹਾਲਾਂਕਿ ਲੋੜ ਨਹੀਂ ਹੈ, ਪਰ ਲੈ ਆਉਂਦਾ, ਚੱਲ ਯਾਰ ਚੰਗੀ ਚੀਜ਼ ਲੈ ਚੱਲਦੇ ਘਰ ਨੂੰ, ਹਾਲਾਂਕਿ ਉਹਦੀ ਲੋੜ ਨਹੀਂ ਹੁੰਦੀ ਕੋਈ। ਅਸੀਂ ਗਏ ਆ ਫੁੱਲਾਂ ਵਾਲਿਆਂ ਦੇ, ਉੱਥੇ ਸਾਰੇ ਇੱਕ ਮੂਰਤੀ ਪਸੰਦ ਆ ਗਈ, ਬੜੀ ਸੋਹਣੀ ਮੂਰਤੀ ਮਹਾਤਮਾ ਬੁੱਧ ਦੀ, ਹਾਲਾਂਕਿ ਅਸੀਂ ਕਿਹੜਾ ਬੋਧੀ ਆ, ਪਰ ਮੈਨੂੰ ਬਹੁਤ ਚੰਗੀ ਲੱਗੀ, ਅਸੀਂ ਲੈ ਆਏ। ਬੀਬੀ ਕਹਿੰਦੀ ਲੈ ਚਲੋ ਜੀ, ਰਜਨੀ ਬੀਬੀ ਮੈਂ ਲੈ ਜਾ ਭਾਈ, ਰੱਖ ਲਓ ਟੇਬਲ 'ਤੇ, ਸੋਹਣੀ ਲੱਗੂਗੀ। ਸਿਰਫ ਇਸ ਲਈ ਸੁੰਦਰਤਾ ਲਈ ਹੈ ਵੀ ਚੀਜ਼ ਸੋਹਣੀ ਲੱਗਦੀ ਹੈ ਵੀ ਬਹੁਤ ਸੋਹਣੀ। ਹੋਰ ਕੋਈ ਆਪਾਂ ਸਿੱਖ ਕੌਮ ਕੋਈ ਮੂਰਤੀ ਪੂਜਾ ਨਹੀਂ ਕਰਦੇ, ਠੀਕ ਹੈ, ਪਰ ਉਹ ਬਹੁਤ ਪਿਆਰੀ ਲੱਗੀ ਪਈ ਉੱਥੇ, ਉਹ ਖਰੀਦ ਲੈਂਦੀ। ਮੈਂ ਇਹਨਾਂ ਜੀ ਆ ਗਿਆ, ਮੈਂ ਭਾਈ ਜੀ ਲੈ ਚੱਲਦੇ, ਫਿਰ ਲੈ ਚੱਲੋ। ਕਾਹਨੂੰ ਤਰਸਾਉਣਾ, ਮਤ ਤਰਸਾਏ ਜੀਓ। ਸੋ ਇਸ ਲਈ ਕਹਿੰਦੇ ਨੇ, ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈਆ ਜੀ। ਮੇਰੇ ਮਨ ਤਨ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ। ਹੁਣ ਇੱਛਾ ਪੂਰੀ ਕਿਵੇਂ ਹੋਵੇ? ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਹੇ ਸੰਤੋ ਮੈਨੂੰ ਮੇਰਾ ਹਰੀ ਪ੍ਰਭੂ ਸੱਜਣ ਮਿਲਾ ਦਿਓ, ਕਿਉਂਕਿ ਉਹਨੂੰ ਮਿਲਣ ਦੀ ਮੇਰੇ ਅੰਦਰ ਇੱਛਾ ਪੈਦਾ ਹੋ ਗਈ ਹੈ। ਇੱਕ ਇੱਛਾ ਹੁੰਦੀ, ਸਿਰਫ ਇੱਕ ਤੀਬਰ ਇੱਛਾ ਹੁੰਦੀ ਕਿ ਜ਼ਰੂਰ ਚਾਹੀਦੀ ਹੈ ਚੀਜ਼, ਜ਼ਰੂਰ ਚਾਹੀਦੀ ਹੈ ਚੀਜ਼, ਜ਼ਰੂਰ ਚਾਹੀਦੀ ਹੈ ਚੀਜ਼, ਉਹ ਕਦੇ ਨਾ ਕਦੇ ਫਿਰ ਇੱਛਾ ਪੂਰੀ ਹੋ ਜਾਂਦੀ ਹੈ। ਅਗਰ ਸਾਡੀ ਸ਼ੁਭ ਇੱਛਾ ਹੈ, ਕਿਉਂਕਿ ਪਰਮਾਤਮਾ ਇੱਛਾ ਪੂਰਕ ਹੈ, ਜਦੋਂ ਭਜਨ ਬੰਦਗੀ ਕਰੀ ਗਏ, ਮੰਗੀ ਗਏ, ਭਜਨ ਬੰਦਗੀ ਕਰੀ ਗਏ, ਮੰਗੀ ਗਏ, ਉਹ ਫਿਰ ਕਦੇ ਨਾ ਕਦੇ ਦੇ ਦਿੰਦਾ ਹੈ। ਹੂੰ ਰਹਿ ਨਾ ਸਕੂੰ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹ। ਇਹ ਨਾ ਬਿਰਹ ਹਿੰਦੀ ਦਾ ਸ਼ਬਦ ਹੈ, ਇਹ ਹਾਹੇ ਨੂੰ ਔਂਕੜ ਦੇ ਗੁਰਬਾਣੀ ਦੇ ਨਿਯਮਾਂ ਅਨੁਸਾਰ ਲਾਇਆ ਹੋਵੇ। ਬਿਰਹ ਜਿਹੜਾ ਹੈ ਵਿਛੋੜਾ, ਵਿਛੋੜਾ ਪੁਲਿੰਗ ਹੈ ਅਤੇ ਇੱਕ ਵਚਨ ਹੈ, ਇਸ ਕਰਕੇ ਹਾਹੇ ਨੂੰ ਔਂਕੜ ਲੈਣ, ਬਿਰਹੋਂ ਨਹੀਂ ਪੜ੍ਹਨਾ, ਇਹ ਬਿਰਹ। ਬੱਬੇ ਨੂੰ ਸਿਆਰੀ, ਰਾਰਨ ਦਿਲਾਵਾਂ, ਹਾ ਬਿਰਹ, ਬਿਰਹ ਪੜ੍ਹਨਾ। ਹੂੰ ਰਹਿ ਨਾ ਸਕੂੰ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹ ਹਰ ਲਾਈਆ ਜੀਓ। ਮੈਂ ਪਰਮਾਤਮਾ ਦੇ ਦਰਸ਼ਨ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ, ਕਿਉਂਕਿ ਮੇਰੇ ਅੰਦਰ ਪਰਮਾਤਮਾ ਦੇ ਮਿਲਣ ਪ੍ਰਤੀ ਵਿਛੋੜਾ ਪੈਦਾ ਹੋ ਗਿਆ ਹੈ। ਬਿਰਹ ਇੱਕ ਐਸੀ ਅਵਸਥਾ ਹੈ ਕਿ ਪਹਿਲਾਂ ਪਿਆਰ ਸੀ, ਪਿਆਰਾ ਕੋਲ ਸੀ, ਉਸ ਤੋਂ ਵਿਛੋੜਾ ਪੈ ਗਿਆ ਹੈ, ਅਸੀਂ ਉਹਨੂੰ ਦੁਬਾਰਾ ਮਿਲਣਾ ਚਾਹੁੰਦੇ ਹਾਂ, ਫਿਰ ਇਸ ਲਈ ਬਹੁਤ ਸਾਨੂੰ ਵਿਛੋੜਾ ਦੁੱਖ ਮਹਿਸੂਸ ਹੁੰਦਾ ਹੈ। ਅੰਦਰ ਵਿਛੋੜੇ ਦਾ ਦੁੱਖ ਹੈ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹਾਂ। ਹਰ ਰਾਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜੀਵਾਈਆ ਜੀਓ। ਮੇਰਾ ਪਿਆਰਾ ਪ੍ਰਭੂ ਨਾ ਰਾਇਆ, ਰਾਜਾ, ਉਹ ਮੇਰਾ ਸੱਜਣ ਹੈ। ਗੁਰੂ ਜੇ ਮੈਨੂੰ ਪਰਮਾਤਮਾ ਮਿਲਾ ਦੇਵੇ ਨਾ, ਮੇਰਾ ਮਨ ਜੀਵਾਈਆ ਜੀ, ਮੇਰਾ ਮਨ ਜਿਉਂਦਾ ਹੋ ਜਾਏਗਾ, ਭਾਵ ਖੁਸ਼ ਹੋ ਜਾਏਗਾ। ਹੁਣ ਮੁਰਦਿਆਂ ਦੀ ਤਰ੍ਹਾਂ ਹੈ, ਉਦਾਸ ਹੈ, ਫਿਰ ਮਨ ਖੁਸ਼ ਹੋ ਜਾਂਦਾ ਹੈ। ਮਨ ਉਦਾਸ ਹੋਏ, ਮੈਂ ਦੇਖਿਆ ਸਰੀਰ 'ਤੇ ਵੀ ਉਹਦਾ ਅਸਰ ਹੁੰਦਾ ਹੈ।
ਸਰੀਰ ਨਿਢਾਲ ਹੋ ਜਾਂਦਾ। ਮਨ ਖੁਸ਼ ਹੈ, ਇਹੀ ਢਿੱਲਾ ਮੱਠਾ ਤੇ ਐਕਟਿਵ ਹੋ ਜਾਂਦਾ ਹੈ, ਕਿਉਂਕਿ ਅੰਦਰਲੀ ਖੁਸ਼ੀ ਸਾਡੇ ਚਿਹਰੇ 'ਤੇ ਪ੍ਰਗਟ ਹੋ ਜਾਂਦੀ ਹੈ, ਦੁੱਖ ਸੁੱਖ। मन की बात बता देता है, असली नकली चेहरा ਐਵੇਂ ਨਹੀਂ ਬਣੇ ਹੋਏ ਗੀਤ। ਹਾਂਜੀ, ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਸੁਖੀ ਹੈ, ਦੁਖੀ ਹੈ, ਅੱਜ ਉਦਾਸ ਹੈ ਜਾਂ ਖੁਸ਼ ਹੈ। ਹਾਂ, ਖੁਸ਼ ਹੈ ਚਿਹਰਾ, ਨਾ ਭਾਵੇਂ ਬੋਲੋ ਨਾ ਹੱਸੋ, ਚਿਹਰਾ ਦੱਸ ਰਿਹਾ ਹੁੰਦਾ ਬੰਦਾ ਖੁਸ਼ ਹੈ। ਨਾ ਵੀ ਆਪਣਾ ਦੁੱਖ ਦੱਸੋ, ਚਿਹਰਾ ਦੱਸੇਗਾ ਉਦਾਸ ਹੈ, ਵੀ ਹੈ ਕੋਈ ਗੱਲ, ਜਾਂ ਮਾਨਸਿਕ ਉਦਾਸ ਹੈ, ਜਾਂ ਭਾਵੇਂ ਸਰੀਰ ਦਾ ਕੋਈ ਅੰਗ ਦੁਖਦਾ ਹੈ। ਮਨ ਜੀਵਾਈਆ, ਜੀ ਮੇਰਾ ਮਨ ਜਿਉਂਦਾ ਹੋ ਜਾਏਗਾ, ਭਾਵ ਖੁਸ਼ ਹੋ ਜਾਏਗਾ। ਮੇਰੇ ਮਨ ਤਨ ਆਸਾਂ ਪੂਰੀਆਂ, ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ। ਅਤੇ ਜਦੋਂ ਮੇਰਾ ਪਰਮਾਤਮਾ ਮੈਨੂੰ ਮਿਲ ਪਿਆ, ਮੇਰੇ ਮਨ ਦੀਆਂ, ਮੇਰੇ ਤਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਮਨ ਵਧਾਈਆਂ ਜੀਓ, ਅਤੇ ਮਨ 'ਚ ਵਧਾਈਆਂ ਮਿਲ ਰਹੀਆਂ ਨੇ, ਭਾਵ ਮਨ ਬੜਾ ਖੁਸ਼ ਹੈ। ਮਨ ਖੁਸ਼ ਹੈ, ਜਿਵੇਂ ਆਪਾਂ ਕਿਸੇ ਨੂੰ ਵਧਾਈ ਦਈਏ ਉਹਦਾ ਮਨ ਖੁਸ਼ ਹੋ ਜਾਂਦਾ ਨਾ, ਇਸ ਤਰ੍ਹਾਂ ਕਹਿੰਦੇ ਮੇਰਾ ਮਨ ਖੁਸ਼ ਹੈ। ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਹੁਣ ਤੁਧ ਵਿਟੜਿਓ ਸਦ ਵਾਰੀ ਜੀਓ। ਵਿਟੜਿਓ ਹੁੰਦਾ ਤੂੰ, ਤੁਧ ਵਿਟੜਿਓ ਤੇਰੇ ਤੋਂ। ਵਾਰੀ ਹੁੰਦਾ ਬਲਿਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ। ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਹੇ ਮੇਰੇ ਪਿਆਰੇ ਗੋਬਿੰਦ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਹੋਂ ਤੁਧ ਵਿਟੜਿਓ ਸਦ ਵਾਰੀ ਜੀਓ, ਮੈਂ ਸੈਂਕੜੇ ਵਾਰ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਸਦ ਤੋਂ ਬਣਿਆ ਸਦੀ, ਸਦ ਮੈਨੇ ਸਦਾ ਵੀ ਹੁੰਦਾ, ਮੈਂ ਸਦਾ ਹੀ ਤੇਰੇ ਤੋਂ ਬਲਿਹਾਰ ਹਾਂ। ਮੇਰੇ ਮਨ ਤਨ ਪ੍ਰੇਮ ਪ੍ਰਮ ਕਾ, ਮੇਰੇ ਗੋਬਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪ੍ਰੇਮ, ਮੇਰੇ ਮਨ ਤਨ ਪ੍ਰੇਮ ਪ੍ਰਮ ਕਾ, ਪ੍ਰਮ ਹੁੰਦਾ ਪਿਆਰਾ, ਜਿਹਨੂੰ ਆਪਾਂ ਪਿਆਰਾ ਕਹਿੰਦੇ ਹਾਂ। ਮੇਰੇ ਮਨ ਤਨ ਪ੍ਰੇਮ ਪ੍ਰਮ ਕਾ, ਮੇਰੇ ਪਿਆਰੇ ਪ੍ਰਤੀ ਮੇਰੇ ਮਨ 'ਚ ਬਹੁਤ ਪ੍ਰੇਮ ਹੈ। ਹਰ ਪੂੰਜੀ ਰਾਖ ਹਮਾਰੀ ਜੀਓ, ਸਾਡੇ ਜਿਹੜੀ ਪੂੰਜੀ ਹੈ ਨਾ, ਸਾਡੇ ਕੋਲ ਨਾਮ ਧਨ ਜਿਹੜਾ ਹੈ, ਹੇ ਪਰਮਾਤਮਾ ਉਹਦੀ ਰੱਖਿਆ ਕਰੋ। ਸਾਡੀ ਜਿਹੜੀ ਪੂੰਜੀ ਹੈ ਉਹਦੀ ਤੁਸੀਂ ਰੱਖਿਆ ਕਰੋ। ਸਤਿਗੁਰ ਵਿਸਟ, ਵਿਸਟ ਹੁੰਦਾ ਵਿਚੋਲਾ। ਸਤਿਗੁਰ ਵਿਸਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਰਹਿਬਾਰੀ ਜੀਓ। ਰਹਿਬਾਰੀ ਹੁੰਦਾ ਰਹਿਬਰ ਬਣ ਕੇ, ਅਗਵਾਈ ਕਰੇ, ਆਗੂ ਬਣ ਕੇ। ਰਹਿਬਰ ਫਾਰਸੀ ਦਾ ਸ਼ਬਦ ਉਸ ਤੋਂ ਬਣਿਆ ਰਹਿਬਾਰੀ। ਕਰ ਰਹਿਬਾਰੀ, ਅਗਵਾਈ ਕਰਕੇ, ਗਾਈਡ ਕਰਕੇ। ਸਤਿਗੁਰ ਵਿਸਟ ਮੇਲ ਮੇਰੇ ਗੋਬਿੰਦਾ, ਹੇ ਮੇਰੇ ਗੋਬਿੰਦਾ ਮੈਨੂੰ ਵਿਚੋਲਾ ਗੁਰੂ ਮਿਲਾ ਦੇ, ਮੈਨੂੰ ਗੁਰੂ ਵਿਚੋਲਾ ਮਿਲਾ ਦੇ। ਫਿਰ ਕੀ ਕਰੇਗਾ? ਹਰ ਮੇਲੇ ਕਰ ਰਹਿਬਾਰੀ ਜਿਉ, ਉਹ ਅਗਵਾਈ ਕਰਕੇ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇਗਾ, ਮੈਨੂੰ ਗਾਈਡ ਕਰੇਗਾ, ਇਸ ਤਰ੍ਹਾਂ ਕਰ, ਤੇਰਾ ਫਿਰ ਪਰਮਾਤਮਾ ਨਾਲ ਮੇਲ ਹੋ ਜਾਏਗਾ। ਰਹਿਬਰ ਜਿਹੜੇ ਆਉਂਦੇ ਨੇ ਸੰਸਾਰ ਦੇ ਵਿੱਚ, ਪੀਰ ਫਕੀਰ ਜਿਹਨੂੰ ਕਹਿੰਦੇ ਪੈਗੰਬਰ, ਰਿਸ਼ੀ ਮੁਨੀ, ਉਹ ਸਾਡੀ ਅਗਵਾਈ ਕਰਦੇ ਨੇ। ਭਾਈ ਤੁਸੀਂ ਐਂ ਕਰੋ, ਐਂ ਕਰੋ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਗੀ, ਆਹ ਕਰੋ, ਆਹ ਕਰੋ। ਜਿਵੇਂ ਤੁਸੀਂ ਅਰਦਾਸਾਂ ਕਰਾਉਣੇ ਹੁੰਦੇ ਹੋ, ਅਸੀਂ ਕਹਿੰਦੇ ਭਾਈ ਆਹ ਪਾਠ ਕਰ, ਆਹ ਕਰ, ਆਹ ਕਰ, ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ, ਤਾਂ ਤੈਨੂੰ ਪ੍ਰਾਪਤੀ ਹੋਵੇਗੀ। ਸੋ ਗੁਰੂ ਗਾਈਡ ਹੈ ਸਭ ਤੋਂ ਵਧੀਆ, ਉਹ ਸਾਨੂੰ ਗਾਈਡ ਕਰਦਾ, ਕਿਉਂਕਿ ਪਰਮਾਤਮਾ ਦੇ ਨਾਲ ਸਾਨੂੰ ਉਹੀ ਮਿਲਾ ਸਕਦਾ ਜਿਹੜਾ ਪਰਮਾਤਮਾ ਨੂੰ ਮਿਲਿਆ ਹੋਇਆ ਹੋਵੇ। ਦੂਜਾ ਤਾਂ ਸਾਨੂੰ ਕਹੂਗਾ ਭਾਈ ਗੁਰਮੰਤਰ ਦਾ ਜਾਪ ਕਰੋ, ਜਾਪ ਕਰੋ। ਜਾਪ ਕਰਦਿਆਂ ਕਰਦੇ ਕੋਈ ਅਵਸਥਾ ਚੇਂਜ ਹੁੰਦੀ ਹੈ, ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ, ਫਿਰ ਕਿਵੇਂ ਗੱਲ ਬਣੇਗੀ? ਇੱਕ ਬੀਬੀ ਕਹਿੰਦੀ ਕਿ ਮੈਂ ਕੁਆਰੀ ਹੁੰਦੀ ਵੀ ਭਜਨ ਬੰਦਗੀ ਕਰਦੀ ਸੀ, ਵਿਆਹੀ ਹੋਈ ਵੀ ਕਰ ਰਹੇ, ਕਈ ਸਾਲਾਂ ਤੋਂ ਕਰ ਰਹੇ ਹਾਂ, ਕਈ ਘੰਟੇ ਕਰਦੀ ਹਾਂ,
ਕਿ ਜਦੋਂ ਮੈਂ ਬੈਠਦੀ ਹਾਂ ਪਹਿਲਾਂ ਤਾਂ ਮੈਨੂੰ ਗੁਰੂਆਂ ਦੇ ਦਰਸ਼ਨ ਹੁੰਦੇ ਸੀ, ਕਦੇ ਕਿਸੇ ਗੁਰੂ ਦੇ ਦਰਸ਼ਨ, ਕਦੇ ਕਿਸੇ ਗੁਰੂ ਦੇ। ਹੁਣ ਕਹੇ ਮੈਨੂੰ ਪ੍ਰਕਾਸ਼ ਦੇ ਦਰਸ਼ਨ ਨੇ, ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਵਾਲੇ ਮੈਂ ਪ੍ਰਕਾਸ਼, ਬਸ ਮੈਂ ਫਿਰ ਬੀਬਾ ਇੱਥੇ ਹੀ ਪਹੁੰਚਣਾ, ਇੱਥੇ ਹੀ ਅਸੀਂ ਪਹੁੰਚਣਾ। ਪਰਮਾਤਮਾ ਪ੍ਰਕਾਸ਼ ਹੈ, ਉਹ ਜੋਤ ਸਰੂਪ ਹੈ, ਚਾਨਣ ਹੀ ਚਾਨਣ ਹੈ, ਉਹ ਲਾਈਟ ਹੀ ਲਾਈਟ ਹੈ। ਉਹ ਸੂਰਜਾਂ ਦਾ ਸੂਰਜ ਇਸ ਲਈ ਕਿਹਾ ਜਾਂਦਾ ਹੈ, ਉਹ ਇੱਕ ਅੱਧੇ ਸੂਰਜ ਨਹੀਂ, ਉਹ ਸੂਰਜਾਂ ਦਾ ਸੂਰਜ ਹੈ। ਪਤਾ ਇਹ ਨਹੀਂ ਕਿੰਨੇ ਸੂਰਜਾਂ ਦਾ ਚਾਨਣ ਪਰਮਾਤਮਾ 'ਚ ਹੁੰਦਾ ਹੈ। ਕਹਿੰਦੇ ਮੈਂ ਰੋਸ਼ਨੀ ਹੀ ਰੋਸ਼ਨੀ ਮੈਨੂੰ ਦਿਸਦੀ ਰਹਿੰਦੀ, ਬਸ ਮੈਂ ਲੱਗੇ ਰਹੋ, ਬਸ ਇੱਥੇ ਹੀ ਅਸੀਂ ਅੰਤ ਨੂੰ ਪਹੁੰਚਣਾ ਹੈ, ਪ੍ਰਕਾਸ਼ 'ਤੇ ਪਹੁੰਚਣਾ ਅੰਦਰ। ਉਹ ਗਿਆਨ ਦਾ ਪ੍ਰਕਾਸ਼ ਹੋ ਗਿਆ ਤੁਹਾਡੇ ਅੰਦਰ। ਹੌਲੀ ਹੌਲੀ ਫਿਰ ਤੁਹਾਡੀ ਜਿੱਦੇ ਸਮਾਧੀ ਲੱਗ ਗਈ, ਫਿਰ ਮੈਂ ਤੁਸੀਂ ਹੁਣ ਅੱਗੇ ਸਮਾਧੀ ਦਾ ਆ ਗਿਆ ਸਮਾਂ, ਸਮਾਧੀ ਲੱਗ ਗਈ, ਫਿਰ ਸੱਚਖੰਡ ਪ੍ਰਵੇਸ਼ ਕਰੋਗੇ, ਉੱਥੇ ਫਿਰ ਦੇਖੋਗੇ ਤੁਸੀਂ ਹਾਂ ਜੋ ਕੁਛ ਹੈ। ਸੋ ਇਸ ਲਈ ਕਿਉਂਕਿ ਮੈਂ ਦੇਖੋ ਬਾਣੀ ਪੜ੍ਹ ਪੜ੍ਹ ਕੇ ਗਿਆਨ ਤਾਂ ਹੋ ਗਿਆ ਹੈ, ਮੈਂ ਉਹਨੂੰ ਗਿਆਨ ਦਿੱਤਾ, ਤੁਸੀਂ ਇੱਥੋਂ ਤੱਕ ਆ ਗਏ, ਅੱਗੇ ਲੱਗੇ ਰਹੋ, ਕਿਉਂਕਿ ਮੈਨੂੰ ਗਿਆਨ ਹੈ। ਪੜ੍ਹ ਪੜ੍ਹ ਕੇ ਗਿਆਨ ਹੋ ਗਿਆ, ਉਸ ਜਿਹੜਾ ਗਿਆਨ ਹੈ ਉਹਦੇ ਆਧਾਰ 'ਤੇ ਉਹਨੂੰ ਮੈਂ ਗਾਈਡ ਕੀਤਾ। ਅਗਰ ਮੈਨੂੰ ਆਪ ਪ੍ਰਾਪਤ ਇਸ ਤਰ੍ਹਾਂ ਹੋਇਆ ਹੋਵੇ ਸਾਰਾ ਕੁਛ, ਫਿਰ ਤਾਂ ਮੈਂ ਬਹੁਤ ਹੀ ਅੱਛੀ ਤਰ੍ਹਾਂ ਗਾਈਡ ਕਰ ਸਕਦਾ ਨਾ। ਹੁਣ ਤਾਂ ਜੋ ਮੈਂ ਪੜ੍ਹਿਆ ਹੋਇਆ ਹੈ ਉਹਦੇ ਆਧਾਰ 'ਤੇ ਉਸ ਨੂੰ ਗਾਈਡ ਕੀਤਾ। ਸੋ ਗੁਰੂ ਮਹਾਰਾਜ ਕਹਿੰਦੇ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਨ ਨਾਨਕ ਸ਼ਰਨ ਤੁਮਾਰੀ ਜੀ। ਪਰਮਾਤਮਾ ਦੀ ਹੋਈ ਦਇਆ, ਉਹਦੀ ਹੋਈ ਕਿਰਪਾ, ਮੈਨੂੰ ਫਿਰ ਕੀ ਬਣਿਆ? ਹਰ ਨਾਮ ਦਇਆ ਕਰ ਪਾਇਆ, ਪਰਮਾਤਮਾ ਨੇ ਕਿਰਪਾ ਕੀਤੀ, ਮੈਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ। ਜਨ ਨਾਨਕ ਸ਼ਰਨ ਤੁਮਾਰੀ ਜੀ, ਇਸ ਲਈ ਦਾਸ ਨਾਨਕ ਹੈ ਪਰਮਾਤਮਾ ਤੁਹਾਡੀ ਸ਼ਰਨ ਵਿੱਚ ਹੈ। ਗੌੜੀ ਮਾਝ ਮਹਿਲਾ ਚੌਥਾ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਕਈ ਵਾਰੀ ਜੋ ਪੜ੍ਹਿਆ ਹੁੰਦਾ ਹੈ, ਕਈ ਵਾਰੀ ਮੈਂ ਦੇਖੋ ਨੁਕਸਾਨ ਵੀ ਕਰ ਜਾਂਦਾ ਹੈ। ਦਾਤੇ ਦੀ ਇੱਕ ਵਾਰੀ ਐਸੀ ਕਿਰਪਾ ਹੋ ਗਈ, ਜਦੋਂ ਮੈਂ ਸਿਮਰਨ ਕਰਨ ਲੱਗਾ, ਮੇਰੇ ਸਾਹਮਣੇ ਗੁਰੂ ਨਾਨਕ ਇੱਕ ਤਸਵੀਰ ਰੂਪ 'ਚ ਦੱਸਿਆ ਕਰਨ ਮੈਨੂੰ। ਜਦੋਂ ਮੈਂ ਸਿਮਰਨ ਕਰਨਾ, ਮੈਨੂੰ ਗੁਰੂ ਨਾਨਕ ਤਸਵੀਰ ਰੂਪ ਜਿਸ ਤਰ੍ਹਾਂ ਦੱਸੀ ਜਾਣ। ਮੈਂ ਕਿਤੇ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੋ ਕਲਕੱਤੇ ਦੇ ਹੋਏ ਨੇ, ਉਹਨਾਂ ਦਾ ਕਿਵੇਂ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ, ਉਹ ਮੈਂ ਕਿਤਾਬ ਪੜ੍ਹ ਲਈ। ਉਹ 'ਚ ਲਿਖਿਆ ਮੇਰੇ ਅੱਗੇ ਨਾ ਗੁਰੂ ਨਾਨਕ ਆ ਜਾ ਖੜ ਜਾ ਕਰਦੇ ਸਨ। ਮੈਂ ਜਦੋਂ ਸਿਮਰਨ ਕਰਨਾ, ਗੁਰੂ ਨਾਨਕ ਨੇ ਆ ਕੇ ਖੜ ਜਾਣਾ, ਜਦੋਂ ਸਿਮਰਨ ਕਰਨਾ, ਗੁਰੂ ਨਾਨਕ ਨੇ ਆ ਕੇ ਖੜ ਜਾਣਾ। ਕਈ ਸਮਾਂ ਇਸ ਤਰ੍ਹਾਂ ਹੁੰਦਾ ਰਿਹਾ ਹੈ। ਮੈਂ ਕਿਹਾ ਵੀ ਸੱਚੇ ਪਾਤਸ਼ਾਹ, ਮੈਂ ਤਾਂ ਪਰਮਾਤਮਾ ਨੂੰ ਮਿਲਣਾ, ਠੀਕ ਹੈ, ਭਾਵੇਂ ਤੁਸੀਂ ਪਰਮਾਤਮਾ ਦਾ ਰੂਪ ਹੋ, ਪਰ ਤੁਸੀਂ ਤਾਂ ਇੱਕ ਸਰੀਰ ਹੋ। ਮੈਂ ਤਾਂ ਪਰਮਾਤਮਾ ਨੂੰ ਮਿਲਣਾ, ਤੁਸੀਂ ਵਿੱਚੋਂ ਹਟੋ। ਕਦੇ ਮੁੜ ਕੇ ਮੈਨੂੰ ਗੁਰੂ ਦੇ ਦਰਸ਼ਨ ਹੀ ਕਿੰਨਾ ਸਮਾਂ ਹੋਏ। ਉਹੀ ਗੱਲ ਉਹ ਪਹਿਲਾਂ ਮੈਂ ਉਹ ਜੋ ਪੜ੍ਹ ਲਿਆ ਅਤੇ ਮੈਂ ਵੀ ਕਿਹਾ ਮਹਾਰਾਜ ਜੀ ਇੱਕ ਪਾਸੇ ਵਾ, ਮੈਂ ਤਾਂ ਪਰਮਾਤਮਾ ਦਰਸ਼ਨ ਕਰਨਾ, ਰੱਬ ਮਿਲਿਆ ਜਰਾ ਮੁੜ ਕੇ ਗੁਰੂ ਮਿਲਿਆ, ਕੀ ਘਟਿਆ। ਉਹ ਤਾਂ ਬਹੁਤ ਉੱਚੀ ਅਵਸਥਾ 'ਤੇ ਪਹੁੰਚ ਚੁੱਕੇ ਸਨ ਅਤੇ ਮੇਰੇ 'ਤੇ ਟੈਂਪਰੇਰੀ ਕਿਰਪਾ ਹੋਈ ਸੀ। ਕਦੇ ਟੈਂਪਰੇਰੀ ਕਿਰਪਾ ਹੁੰਦੀ। ਜਿਉਂ ਇੱਕ ਵਾਰੀ ਤਸਵੀਰ ਰੂਪ 'ਚ ਪਹਿਲਾਂ ਗੁਰੂ ਨਾਨਕ ਦੀ ਫੋਟੋ ਆ ਜਾ ਕਰੇ, ਅੱਗੇ ਗੁਰੂ ਅੰਗਦ ਦੇਵ, ਫਿਰ ਗੁਰੂ ਅਮਰਦਾਸ ਫੋਟੋ ਦੇ, ਫਿਰ ਫਲਾਣਾ ਕਰੀ ਗਏ, ਫਿਰ ਭਗਤ ਦਿਸੀ ਗਏ, ਫਿਰ ਸੰਤ ਮਹਾਤਮਾ ਦਿਸੀ। ਅਖੀਰ 'ਤੇ ਉਹ ਸੰਤ ਮੈਨੂੰ ਦਿਸੇ ਜਿਹੜੇ 1984 'ਚ, ਹਾਂਜੀ ਹਾਂ, ਸੰਤ ਜਰਨੈਲ ਸਿੰਘ। ਉੱਥੇ ਆ ਕੇ ਉਹ ਤਸਵੀਰ ਰੁਕ ਗਈ, ਬਸ ਉੱਥੋਂ ਤੱਕ ਮੈਨੂੰ ਦਰਸ਼ਨ ਹੋਏ ਹੈ, ਮੁੜ ਕੇ ਨਹੀਂ ਫਿਰ ਹੋਏ। ਮੈਨੂੰ ਨਾ ਟੈਂਪਰੇਰੀ ਵਿਖਾਇਆ ਵੀ ਲੱਗਾ ਰਹਿ, ਕਦੇ ਤਾਂ ਪਹੁੰਚੇਂਗੇ, ਲੱਗਾ ਰਹਿ। ਕਈ ਵਾਰੀ ਪਰਮਾਤਮਾ ਨਾ ਐਡਵਾਂਸ ਕੁਛ ਵਿਖਾਉਂਦਾ। ਪਰਮਾਤਮਾ ਕਈ ਵਾਰੀ ਅਚਾਨਕ ਕਿਰਪਾ ਕਰਕੇ ਸਾਨੂੰ ਨਾ ਜਿੱਥੇ ਆਲਾ ਕਿਸੇ 'ਤੇ ਪਹੁੰਚੇ ਨਹੀਂ ਹੁੰਦੇ, ਸਾਨੂੰ ਐਡਵਾਂਸ ਹੀ ਕੁਝ ਵਿਖਾਉਂਦਾ ਵੀ ਐਂ ਲੱਗਾ ਰਹਿ, ਆ ਵੀ ਕੁਛ ਹੋਊਗਾ ਸਾਹਮਣੇ। ਪਹਿਲਾਂ ਮੈਂ ਸੰਤ ਜਰਨੈਲ ਸਿੰਘ, ਟੂ ਬੀ ਵੈਰੀ ਫਰੈਂਕ, ਸੰਤ ਨਹੀਂ ਸੀ ਮੰਨਦਾ ਨਾ,
ਸੱਚੀ ਗੱਲ। ਉਹਦੇ ਬਾਅਦ ਫਿਰ ਲੱਗ ਗਿਆ ਮੈਂ ਹਾਂ ਜਦੋਂ ਵਾਰੀ ਵਾਰੀ ਮੈਨੂੰ ਦਰਸ਼ਨ ਹੋਈ ਜਾ ਰਹੇ ਨੇ ਹਰ ਇੱਕ ਦੇ। ਕਿੱਥੋਂ ਸ਼ੁਰੂ ਗੁਰੂ ਨਾਨਕ ਤੋਂ ਸ਼ੁਰੂ ਹੋਈ ਗਏ ਅਖੀਰ 'ਤੇ ਉੱਥੇ ਜਾ ਕੇ ਹੋਏ। ਜੇ ਤਸਵੀਰ ਜੜੀ ਹੁੰਦੀ ਹੈ ਉਸ ਦੇ ਵਿੱਚ ਤਸਵੀਰ ਰੂਪ 'ਚ ਹੋਏ ਸਭ ਦੇ ਦਰਸ਼ਨ, ਮੁੜ ਕੇ ਨਹੀਂ ਫਿਰ ਹੋਏ। ਤਾਂ ਮੈਂ ਸੋਚਿਆ ਵੀ ਇਹ ਕਈ ਵਾਰੀ ਕੁਝ ਚੀਜ਼ਾਂ ਪਰਮਾਤਮਾ ਨਾ ਐਡਵਾਂਸ ਵਿਖਾ ਦਿੰਦਾ ਹੈ ਵੀ ਆਹ ਲੈ ਭਾਈ ਲੱਗਾ ਰਹਿ। ਮੈਂ ਭੂਤਾਂ ਦੇ ਦਰਸ਼ਨ ਵੀ ਕੀਤੇ ਨੇ, ਐਸੀ ਗੱਲ ਨਹੀਂ, ਪਰ ਮੈਂ ਪੜ੍ਹਿਆ ਹੋਇਆ ਸੀ ਵੀ ਡਰਨਾ ਨਹੀਂ ਹੈ। ਕੋਈ ਭੂਤ ਪ੍ਰੇਤ ਜੇ ਨਾਮ ਜਪੀ ਕੁਛ ਨਹੀਂ ਕਹਿ ਸਕਦੇ। ਮੈਂ ਸਵੇਰੇ ਸਰਦੀ ਦਾ ਮੌਸਮ ਰਜਾਈ ਲੈ ਕੇ ਸਿਮਰਨ ਕਰ ਰਿਹਾ, ਲੋ 2 ਭੂਤਾਂ ਆ ਗਏ, ਚੁੜੇਲਾ ਜਿਹਨੂੰ ਕਹਿੰਦੇ ਨੇ, ਵਾਲ ਖਿੰਡੇ ਹੋਏ, ਇੱਕ ਗਿੱਠ ਦੰਦ ਉਹਨਾਂ ਦੇ ਬਾਹਰ। ਇਹ ਨਾ 3-4 ਫੁੱਟ ਤੋਂ ਮੇਰੇ ਦੂਰ, 3 ਜਾਂ 4 ਫੁੱਟ ਦੂਰ ਖੜੀਆਂ ਨੇ, ਝਈਆਂ ਲੈ ਕੇ ਮੈਨੂੰ ਪੈਂਦੀਆਂ ਨੇ। ਮੈਂ ਸਿਮਰਨ ਕਰੀ ਗਿਆ ਕਿ ਮੈंने ਪੜ੍ਹਿਆ ਹੋਇਆ ਸੀ ਵੀ ਜਿਹੜਾ ਸਿਮਰਨ ਕਰਦਾ ਕੋਈ ਭੂਤ ਉਸ 'ਤੇ ਅਸਰ ਨਹੀਂ ਕਰਦਾ। ਉਹ 4-5 ਮਿੰਟ ਉਹ ਜ਼ੋਰ ਲਾਉਂਦੀਆਂ ਰਹੀਆਂ ਵੀ ਅਸੀਂ ਇਹਦੇ ਨੇੜੇ ਆਈਏ ਅਤੇ ਇਹਨੂੰ ਫੜੀਏ ਜੁੰਡਿਆਂ ਤੋਂ। ਹਾਂ ਇੰਨੀਆਂ ਡਰਾਉਣੀਆਂ। ਮੈਂ ਕਿਹਾ ਵੀ ਚੁੜੇਲਾਂ ਆ ਗਈਆਂ ਨੇ, ਬੇਬੇ ਤੋਂ ਸੁਣਿਆ ਕਰਦੇ ਸੀ। ਮੈਂ ਵੀ ਆ ਗਈਆਂ ਚੁੜੇਲਾਂ। ਦੇਖੋ ਜੀ ਉਹ ਚਲੀਆਂ ਗਈਆਂ। ਸਰਦੀਆਂ ਦਾ ਮੌਸਮ ਹੈ, ਰਜਾਈ ਮੇਰੇ ਉੱਤੇ ਲਈ ਹੈ ਅਤੇ ਮੈਨੂੰ ਪਸੀਨਾ ਆ ਗਿਆ। ਮੈਂ ਦੇਖ ਜਾਣ ਤੋਂ ਡਰ ਗਿਆ, ਪਰ ਤੂੰ ਸਿਮਰਨ ਲੱਗਿਆ ਰਿਹਾ, ਨਹੀਂ ਤਾਂ ਹੋ ਸਕਦਾ ਤੇਰੇ 'ਤੇ ਇਹ ਅਟੈਕ ਕਰਕੇ ਤੇਰਾ ਨੁਕਸਾਨ ਕਰਦੀਆਂ ਜੇ। ਹਾਂ ਪਤਾ ਨਹੀਂ ਕਿਹੜੇ ਜਨਮਾਂ ਦਾ ਕਰਮ ਸੀ ਉਹ। ਸੋਝੀ ਰਹੀ, ਠੀਕ ਹੈ, ਪਰ ਮੈਂ ਲੱਗਾ ਰਿਹਾ ਵੀ ਕਦੇ ਤਾਂ ਜਾਣ ਹੀ ਖੜਾ ਚੱਲਣਗੇ ਕਿ ਪਰਮਾਤਮਾ ਨਾਮ ਜਪ ਰਿਹਾ, ਇਹ ਹਮਲਾ ਤਾਂ ਮੇਰੇ 'ਤੇ ਕਰ ਨਹੀਂ ਸਕਦੀਆਂ ਹੈਗੀਆਂ। ਪਰ ਫਿਰ ਵੀ ਜਦੋਂ ਮੈਨੂੰ ਬਾਅਦ 'ਚ ਦੇਖਿਆ ਮੇਰਾ ਸਰੀਰ ਸਾਰਾ ਭਿੱਜ ਗਿਆ। ਉਹ ਜਾਣਾ ਤੂੰ ਅੰਦਰੋਂ ਤਾਂ ਡਰਦਾ ਸੀ ਨਾ ਵੀ ਦੇਖ ਕਿਤੇ ਡਿੱਕੇ ਨਾ ਆ ਜਾ। ਸੋ ਕਈ ਜਦ ਮੈਂ ਦੇਖਿਆ ਜਦ ਆਪਾਂ ਭਜਨਬੰਦੀ ਕਹਿੰਦੇ ਪਰਮਾਤਮਾ ਕਈ ਕੁਛ ਵਿਖਾਉਂਦਾ ਹੈਗਾ। ਹਾਂ ਪਰ ਅਗਰ ਕੋਈ ਘਟਨਾ ਵਾਪਰੇ ਨਾ, ਭਜਨ ਬੰਦਗੀ ਨਹੀਂ ਛੱਡਣੀ, ਉਹ ਕਰਦੇ ਰਹਿਣਾ, ਸਿਮਰਨ ਕਰਦੇ ਰਹਿਣਾ, ਜਿੰਨਾ ਚਿਰ ਉਹ ਦ੍ਰਿਸ਼ ਅੱਡ ਨਹੀਂ ਹੋ ਜਾਂਦਾ। ਕੋਈ ਵੀ ਦ੍ਰਿਸ਼ ਦਿਸਦਾ ਹੈ, ਭਜਨ ਬੰਦਗੀ ਛੱਡ ਕੇ ਉਹਨੂੰ ਕੁਛ ਨਹੀਂ ਵੇਖਣਾ, ਸਿਮਰਨ ਕਰਦੇ ਰਹਿਣਾ ਅਤੇ ਉਹ ਵੇਖਦੇ ਰਹਿਣਾ। ਸਿਮਰਨ ਨਹੀਂ ਛੱਡਣਾ ਹੈਗਾ। ਜਦੋਂ ਦ੍ਰਿਸ਼ ਹਟ ਜੇ ਚੰਗਾ ਮੰਦਾ ਜੋ ਹੈ, ਉਦੋਂ ਭਾਵੇਂ ਤੁਸੀਂ ਸਿਮਰਨ ਬੰਦ ਕਰ ਸਕਦੇ ਹੋ, ਨਹੀਂ ਤਾਂ ਲੱਗੇ ਹੀ ਰਹਿਣਾ ਹੈ ਸਿਮਰਨ ਕਰਦੇ, ਕਿ ਉਹ ਸਿਮਰਨ ਦੀ ਬਰਕਤ ਨਾਲ ਹੀ ਉਹ ਸਾਰਾ ਕੁਛ ਹੋ ਰਿਹਾ ਹੁੰਦਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਅੱਗੇ, ਕਹਿੰਦੇ ਗੌੜੀ ਮਾਝ ਮਹੱਲਾ ਚੌਥਾ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। हे ਪਰਮਾਤਮਾ, हे ਗੋਵਿੰਦਾ, हे ਮੇਰੇ ਪਿਆਰੇ, ਤੂੰ ਤੇ ਚੋਜੀ ਹੈ, ਚੋਜ ਕਰਦਾ ਹੈ, ਕੌਤਕ ਕਰਦਾ ਹੈ। ਤੂੰ ਚੋਜੀ ਹੈ, ਤੂੰ ਚੋਜ ਕਰਦਾ ਹੈ, ਤੂੰ ਖੇਲਾ ਕਰਦਾ, ਤੂੰ ਕੌਤਕ ਕਰਦਾ ਹੈ। ਹਰ ਆਪੇ ਕਾਨ ਉਪਾਇੰਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਕਾਨ ਮੈਨੇ ਕ੍ਰਿਸ਼ਨ, ਤੂੰ ਆਪ ਹੀ ਕ੍ਰਿਸ਼ਨ ਨੂੰ ਪੈਦਾ ਕਰਕੇ ਫਿਰ ਆਪ ਹੀ ਗੋਪੀ ਬਣ ਕੇ ਉਸ ਨੂੰ ਖੋਜਦਾ ਹੈ। ਪਰਮਾਤਮਾ ਆਪ ਹੀ ਕ੍ਰਿਸ਼ਨ ਹੈ, ਆਪ ਹੀ ਗੋਪੀ ਬਣ ਕੇ ਉਹਨੂੰ ਖੋਜ ਰਿਹਾ ਹੈ, ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਓ। ਪਰਮਾਤਮਾ ਸਾਰੇ ਸਰੀਰਾਂ 'ਚ ਬੈਠਾ ਹੋਇਆ ਭੋਗ ਰਿਹਾ ਹੈ। ਜੋ ਆਪਾਂ ਖਾ ਰਿਹਾ ਉਹ ਵੀ ਖਾ ਰਿਹਾ ਹੈ, ਉਹ ਵੀ ਖਾ ਰਿਹਾ। ਜਿਵੇਂ ਜੇ ਕਦੇ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹ ਜੇ ਨਾ, ਕਿਸੇ ਅਹਾਤੇ 'ਚ ਜਾਇਓ, ਠੇਕਿਆਂ ਦੇ ਨਾਲ ਅਹਾਤਾ ਨਾ ਸ਼ਰਾਬ ਪੀਣ ਲਈ, ਉੱਥੇ ਜਾਇਓ। ਤੁਸੀਂ ਦੇਖੋ ਜਿੰਨੇ ਸ਼ਰਾਬ ਪੀ ਰਹੇ ਨੇ, ਹੁਣ ਜਾਂ ਭੂਤ ਬੈਠੇ ਪੀ ਰਹੇ ਨੇ। ਭੂਤ ਬਹੁਤੇ ਭੂਤ ਆਮ ਤੌਰ 'ਤੇ ਸ਼ਰਾਬਖਾਨੇ 'ਚ ਹੁੰਦੇ ਨੇ। ਹੁਣ ਸ਼ਰਾਬ ਪਿਆਰੀ ਲੱਗਦੀ ਹੈ, ਪਹਿਲਾਂ ਪੀਂਦੇ ਰਹੇ ਹੋਣਗੇ ਜਿਉਂਦੇ ਹੋਏ, ਫਿਰ ਕਿਸੇ ਕਾਰਨ ਭੂਤ ਬਣ ਗਏ, ਫਿਰ ਵੇਖਦੇ ਕਿੱਥੇ ਪੀ ਰਹੇ, ਉੱਥੇ ਚਲੇ ਜਾਂਦੇ ਨੇ, ਉਹ ਵਿੱਚ ਪੀ ਰਹੇ ਹੁੰਦੇ ਨੇ। ਉਹ ਅਗਲੇ ਤਾਂ ਦਿਸ ਹੀ ਨਹੀਂ ਰਹੇ ਹੁੰਦੇ ਵੀ ਉਹ ਸੂਖਸ਼ਮ ਤੌਰ 'ਤੇ ਪੀ ਰਹੇ ਹੁੰਦੇ ਨੇ। ਗਲਾਸ ਉਹ ਨਹੀਂ ਉਹਨਾਂ ਦਾ ਸ਼ਰਾਬ, ਨਹੀਂ ਤਾਂ ਡਰ ਜਾਣ ਵੀ ਮੇਰਾ ਸ਼ਰਾਬ ਕਿੱਥੇ ਗਈ, ਵੀ ਗਲਾਸ ਭਰਿਆ ਸੀ ਅੱਧਾ ਰਹਿ ਗਿਆ, ਕਿੱਧਰ ਗਿਆ ਤਾਂ ਫਿਰ ਡਰ ਜਾਏਗਾ ਅਗਲੇ ਕੀ ਹੋ ਗਿਆ ਨਾ। ਉਹ ਸੂਖਸ਼ਮ, ਜਿਵੇਂ ਤੁਸੀਂ ਲੰਗਰ ਦੀ ਥਾਲੀ ਤਿਆਰ ਕੀਤੀ, ਤੁਸੀਂ ਗੁਰੂ ਮਹਾਰਾਜ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਭੋਗ ਲਓ। 3 ਤਰੀਕੇ ਹੁੰਦੇ ਨੇ
ਭੋਗ ਲਾਉਣ ਦੇ। ਗੁਰੂ ਮਹਾਰਾਜ ਆ ਗਏ ਨੇ, ਉਹ ਭੋਜਨ ਵੱਲ ਵੇਖਦੇ ਨੇ, ਬਸ ਸਮਝੋ ਇਹ ਪ੍ਰਵਾਨ ਹੋ ਗਏ। ਦੂਜੀ ਅਵਸਥਾ ਹੈ ਵੀ ਗੁਰੂ ਮਹਾਰਾਜ ਆ ਗਏ ਨੇ, ਉਹਨਾਂ ਤੁਹਾਡੇ ਭੋਜਨ ਥਾਲੀ 'ਤੇ ਹੱਥ ਰੱਖਤਾ ਉੱਤੇ, ਜਿਵੇਂ ਆਪਾਂ ਕਹਿੰਦੇ ਕਿ ਵੀਰੇ ਆਪਾਂ ਮਹਾਂਪੁਰਖ ਦਾ ਹੱਥ ਲਵਾ ਦੇਣੇ, ਹੱਥ ਲਾ ਦਿਓ ਜੀ, ਫਿਰ ਅਸੀਂ ਖਾ ਲਾਂਗੇ। ਤੀਜੀ ਅਵਸਥਾ ਜਿਹੜੀ ਹੈ ਉਹ ਕਿਸੇ ਸੰਤ ਮਹਾਤਮਾ ਤੇ, ਜਿਹੜੇ ਬਹੁਤ ਪਹੁੰਚੇ ਸੰਤ ਬਾਬਾ ਆਨੰਦ ਸਿੰਘ ਵਰਗੇ, ਹਾਂਜੀ, ਔਰ ਪ੍ਰਗਟ ਰੂਪ ਕਰਕੇ ਮਨੁੱਖੀ ਰੂਪ ਧਰਵਾ ਕੇ ਗੁਰੂ ਨਾਨਕ ਦੇ ਭੋਗ ਲਵਾਇਆ ਕਰਦੇ ਸਨ। ਫਿਰ ਮੰਨ ਲਓ 4 ਰੋਟੀਆਂ ਪਈਆਂ, ਗੁਰੂ ਨਾਨਕ ਦੀ ਮਰਜ਼ੀ, 1 ਖਾ ਲੈਣ, 2 ਖਾ ਲੈਣ, ਉਹ ਫਿਰ ਜੇ 4 ਰੱਖੀਆਂ 3 ਰਹਿ ਜਾਂਦੀਆਂ ਸਨ। ਪਤਾ ਲੱਗ ਗਿਆ ਵੀ ਸਰੀਰ ਧਾਰ ਕੇ ਖਾਧੀ। ਇਹ ਬਹੁਤ ਉੱਚੀ ਅਵਸਥਾ ਦੀ ਨਿਸ਼ਾਨੀ ਹੈ, ਔਰ ਕਿਸੇ ਮਹਾਂਪੁਰਖ ਦੇ ਭਾਗਾਂ 'ਚ ਹੈਗੀ ਕਿ ਉਹ ਗੁਰੂ ਨਾਨਕ ਦੇ ਪਹਿਲਾਂ ਦੇ ਦਰਸ਼ਨ ਕਰੇ ਅਤੇ ਫਿਰ ਉਹਨਾਂ ਨੂੰ ਭੋਗ ਲਵਾ ਸਕੇ, ਅਤੇ ਫਿਰ ਵੇਖੇ ਗੁਰੂ ਮਹਾਰਾਜ ਖਾ ਰਹੇ ਨੇ, ਬਾਕੀ ਰੋਟੀ ਘਟ ਗਈ ਹੈ, ਖਾ ਲਈ ਉਹਨਾਂ ਨੇ। ਹਾਂ, ਸੋ ਇਸ ਲਈ ਇਹ ਅਵਸਥਾਵਾਂ ਹੁੰਦੀਆਂ ਨੇ। ਹਾਂਜੀ, ਸੋ ਗੁਰੂ ਮਹਾਰਾਜ ਕਹਿੰਦੇ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ। ਉਹ ਸਾਰੇ ਸਰੀਰਾਂ 'ਚ ਬੈਠ ਕੇ ਨਾ ਉਹ ਭੋਗ ਭੋਗਦਾ ਹੈ, ਆਪੇ ਰਸੀ ਹੈ, ਰਸ ਮਾਣਦਾ ਹੈ, ਆਪੇ ਹੀ ਭੋਗੀ ਹੈ, ਖਾਣ ਵਾਲਾ ਹੈ, ਸਰੀਰਾਂ 'ਚ ਬੈਠਾ ਖਾਈ ਜਾ ਰਿਹਾ। ਹਰ ਸੁਜਾਨ ਨਾ ਭੁੱਲੇ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਹਰੀ ਜਿਹੜਾ ਹੈ ਇਹ ਸੁਜਾਨ ਹੈ, ਬਹੁਤ ਸਿਆਣਾ ਹੈ, ਨਾ ਭੁੱਲੇ, ਉਹ ਭੁੱਲਦਾ ਨਹੀਂ ਹੈ। ਉਹ ਆਪਾਂ ਤਾਂ ਭੁੱਲ ਜਾਂਦੇ ਹਾਂ, ਉਹ ਨਹੀਂ ਭੁੱਲਦਾ ਹੈਗਾ। ਆਪੇ ਸਤਿਗੁਰ ਜੋਗੀ ਜੀਓ, ਉਹ ਆਪ ਹੀ ਗੁਰੂ ਹੈ, ਆਪ ਹੀ ਜੋਗੀ। ਜੋਗੀ ਹੁੰਦਾ ਨਿਰਵਾਣ ਅਵਸਥੇ ਪ੍ਰਾਪਤ ਹੋ ਚੁੱਕਾ, ਜਿਹੜਾ ਪਰਮਾਤਮਾ ਨਾਲ ਜੁੜਿਆ ਹੋਵੇ, ਉਹਨੂੰ ਹਿੰਦੀ 'ਚ ਕਹਿੰਦੇ ਨੇ ਯੋਗੀ। ਇੱਕ ਯੋਗੀ ਹੁੰਦਾ ਜਿਹੜਾ ਯੋਗ ਆਸਣ ਕਰਦਾ ਹੈ, ਜਿਹੜਾ ਯੋਗ ਆਸਣ ਕਰਦੇ, ਇੱਕ ਤਾਂ ਉਹ ਯੋਗੀ ਹੈ। ਇੱਕ ਹੈ ਯੋਗ ਆਸਣ ਕਰ ਕਰਕੇ, ਪ੍ਰਾਣਾਯਾਮ ਕਰ ਕਰਕੇ ਪਰਮਾਤਮਾ ਤੱਕ ਪਹੁੰਚ ਜਾਣਾ, ਉਹਨੂੰ ਯੋਗੀ ਕਹਿੰਦੇ, ਜੁੜਿਆ ਹੋਇਆ। ਯੋਗ ਹੁੰਦਾ ਮੇਲ ਜੋੜ, ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ, ਅਸਲ 'ਚ ਉਹ ਯੋਗੀ ਹੈ। ਪਰ ਸੋ ਗੁਰੂ ਯੋਗੀ ਵੀ ਹੈ, ਅਤੇ ਪਰਮਾਤਮਾ ਜੋ ਗੁਰੂ ਰੂਪ ਹੋ ਕੇ ਯੋਗੀ ਰੂਪ ਹੈ, ਉਹ ਨਿਰਵਾਣ ਹੈ, ਨਿਰਲੇਪ ਹੈ। ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ, ਹਰ ਆਪੇ ਖੇਲੈ ਬਹੁਰੰਗੀ ਜੀਓ। ਪਰਮਾਤਮਾ ਆਪ ਹੀ ਸੰਸਾਰ ਪੈਦਾ ਕਰਦਾ, ਉਹ ਪਾਇੰਦਾ ਪੈਦਾ ਕਰਦਾ ਹੈ। ਹਰ ਆਪੇ ਖੇਲੈ ਬਹੁਰੰਗੀ ਜੀਓ, ਅਤੇ ਬੇਅੰਤ ਤਰੀਕਿਆਂ ਨਾਲ ਉਹ ਮਨੁੱਖਾਂ ਦੇ ਵਿੱਚ ਬੈਠਾ ਭਾਂਤ ਭਾਂਤ ਦਾ ਖੇਲ ਕਰ ਰਿਹਾ ਹੈ। ਕਿਉਂਕਿ ਚੋਜੀ ਹੈ, ਉਹ ਸਾਡੇ ਵਿੱਚ ਬੈਠਾ ਹੀ ਖੇਲ ਕਰ ਰਿਹਾ ਹੈ। ਹਾਂਜੀ, ਐਕਚੁਅਲੀ ਉਹੀ ਸਾਡੇ ਤੋਂ ਕਰਾ ਲਿਆ, ਕਿਸੇ ਨੂੰ ਨਚਾ ਰਿਹਾ, ਕਿਸੇ ਨੂੰ ਟਪਾ ਰਿਹਾ ਹੈ, ਉਹਦੀ ਮਰਜ਼ੀ। ਆਪ ਖੇਲੈ ਬਹੁਰੰਗੀ ਜੀ, ਅਨੇਕਾਂ ਤਰੀਕਿਆਂ ਨਾਲ ਆਪ ਖੇਲ ਕਰ ਰਿਹਾ ਹੈ। ਇੱਕ ਨਾ ਭੋਗ ਭੁਗਾਇਂਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੈ ਨੰਗ ਨੰਗੀ ਜੀਓ। ਕਈਆਂ ਦੇ ਕਈ ਪ੍ਰਕਾਰ ਦਾ ਖਾਣ ਨੂੰ ਦਿੰਦਾ ਹੈ, ਕੱਪੜੇ ਪਹਿਨਣ ਨੂੰ ਦਿੰਦਾ ਹੈ, ਰਹਿਣ ਨੂੰ ਵਧੀਆ ਕਰ ਦਿੰਦਾ, ਆਵਾਜਾਈ ਦਾ ਸਾਧਨ ਦਿੰਦਾ, ਭੋਗ ਭੋਗਦਾ। ਇੱਕ ਨਗਨ ਫਿਰੈ ਨੰਗ ਨੰਗੀ ਜੀਓ, ਅਤੇ ਵਿਚਾਰੇ ਕਈ ਨੰਗੇ ਫਿਰਦੇ ਅਤੇ ਭੁੱਖੇ ਬੰਨੇ, ਅਲੱਗ ਇਹ ਤਾਂ ਨੰਗ ਬੰਦਾ। ਇੱਕ ਤਾਂ ਨੰਗਾ ਉਹ ਹੁੰਦਾ ਜਿਹਦੇ ਕੱਪੜੇ ਨਾ ਹੋਣ, ਇੱਕ ਆਪਾਂ ਨੰਗ ਉਹਨੂੰ ਕਹਿੰਦੇ ਜਿਹੜਾ ਉਂਝ ਹੁੰਦਾ, ਕੰਗਾਲ ਵੀ ਨੰਗਾ ਆਪਾਂ ਕਹਿੰਦੇ। ਸੋ ਪਰਮਾਤਮਾ ਜਿਹੜਾ ਹੈ ਆਪੇ ਹੀ ਕਈਆਂ ਤਾਂ ਭੋਗ ਪਕਾਉਂਦਾ, ਕਈਆਂ ਤਾਂ ਬਹੁਤ ਖਾਣ ਪੀਣ ਨੂੰ ਦਿੰਦਾ ਹੈ। ਇੱਕ ਨਗਨ ਫਿਰੇ ਨੰਗ ਨੰਗੀ ਜੋ, ਇੱਕ ਵਿਚਾਰੇ ਨੰਗੇ ਫਿਰਦੇ, ਉਹਨਾਂ ਕੋਈ ਕੱਪੜੇ ਵੀ ਨਹੀਂ ਹੈ, ਗਰੀਬ ਹਨ ਉਹ। ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ, ਹਰ ਦਾਨ ਦੇਵੇ ਸਭ ਮੰਗੀ ਜੀਓ। ਪਰਮਾਤਮਾ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ, ਅਤੇ ਫਿਰ ਆਪ ਹੀ ਜੀਵਨ ਨੂੰ ਮੰਗੀਆਂ ਹੋਈਆਂ ਦਾਤਾਂ ਦਿੰਦਾ ਹੈ, ਕਿਉਂਕਿ ਇੱਛਾ ਪੂਰਕ ਹੈ ਪਰਮਾਤਮਾ। ਪਰਮਾਤਮਾ ਸੁਖ ਦਾਤਾ ਹੈ, ਪਰਮਾਤਮਾ ਦਾਤਾਰ ਹੈ। ਹਾਂਜੀ, ਪਰਮਾਤਮਾ ਦਾਤਾਰ ਹੈ, ਸਭ ਤੋਂ ਵੱਡਾ ਦਾਤਾ ਹੈ ਸੰਸਾਰ ਦੇ ਵਿੱਚ। ਬਾਣੀ ਤਾਂ ਕਹਿੰਦੇ ਦਾਤਾ ਹੈ ਹੀ ਇੱਕੋ ਹੈ, ਦੱਦਾ ਦਾਤਾ ਇੱਕ ਹੈ।
ਸਭ ਕੋ ਦੇਵਨਹਾਰ। ਹਾਂ, ਫਿਰ ਦਿਨ ਦੇ ਟੋਟ ਨਾ ਵੀ ਅਗਣਤ ਪਰੇ ਭੰਡਾਰ। ਸਭ ਦਾ ਦਾਤਾ ਉਹੀ ਹੈ, ਹਰ ਇੱਕ ਚੀਜ਼ ਦਾ ਦਾਤਾ ਹੈ। ਮੇਰੀ ਮਾਇਆ ਦਾ ਦਾਤਾ ਨਹੀਂ, ਹਰ ਇੱਕ ਚੀਜ਼ ਦਾ ਦਾਤਾ ਹੈ। ਇਸ ਲਈ ਜੀਵਾਂ ਨੂੰ ਫਿਰ ਜੋ ਮੰਗਦੇ ਨੇ ਉਹਨਾਂ ਨੂੰ ਉਹ ਚੀਜ਼ ਦਿੰਦਾ ਹੈ। ਸਿਰਫ ਉਹ ਖਿਆਲ ਰੱਖਦਾ ਹੈ, ਇਹ ਜਿਹੜਾ ਭਗਤ ਉਹਦਾ ਹੁੰਦਾ ਹੈ, ਉਹਦੀ ਮੰਗ ਨੂੰ ਬੜੇ ਧਿਆਨ ਨਾਲ ਦੇਖਦਾ ਉਹ, ਵੀ ਮੇਰਾ ਭਗਤ ਜੋ ਮੰਗ ਰਿਹਾ ਹੈ, ਅਗਰ ਮੈਂ ਇਹਦੀ ਇੱਛਾ ਪੂਰੀ ਕਰ ਦਿੱਤੀ, ਇਹ ਬਾਅਦ 'ਚ ਨੁਕਸਾਨ ਇਹਦਾ ਹੋਵੇਗਾ, ਉਹ ਫਿਰ ਨਹੀਂ ਕਰਦਾ, ਉਹ ਨਹੀਂ ਕਰਦਾ। ਅਤੇ ਜੇ ਫਿਰ ਹੌਲੀ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਮੈਂ 2 4 ਵਾਰ 10 ਵਾਰੀ ਮੰਗਿਆ, ਪਰਮਾਤਮਾ ਨੇ ਨਹੀਂ ਦੇ ਰਿਹਾ, ਇਸੇ 'ਚ ਮੇਰਾ ਕੋਈ ਭਲਾ ਹੋਣਾ, ਫਿਰ ਉਹ ਸਬਰ ਕਰ ਲੈਂਦਾ। ਜਿਹੜਾ ਸੰਸਾਰੀ ਬੰਦਾ ਬੇਸਬਰਾ ਹੁੰਦਾ ਹੈ, ਉਹ ਰੱਬ ਨਾਲ ਨਾਰਾਜ਼ ਹੋ ਜਾਂਦਾ ਹੈ। ਮੈਂ ਇੰਨੇ ਤਰਲੇ ਕੀਤੇ, ਮੈਂ ਇੰਨੇ ਪਾਠ ਕਰਾਏ, ਮੈਂ ਇੰਨੇ ਚਲੀਹੇ ਕੀਤੇ, ਮੈਂ ਇੰਨੀ ਵਾਰੀ ਗੁਰਦੁਆਰੇ ਗਿਆ, ਰੱਬ ਨੇ ਮੈਨੂੰ ਦਿੱਤਾ ਨਹੀਂ ਹੈਗਾ। ਉਹ ਫਿਰ ਸਾਡੀ ਆਦਤ ਹੈ ਨਾ, 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾ। ਵਿਖੋਟ ਦਾ ਵਿਸ਼ਵਾਸ ਹੀ ਗਵਾ ਲੈਂਦਾ ਨਾ, ਕਿ ਕੋਈ ਰੱਬ ਰੂਪ ਨਹੀਂ ਹੈ ਜੀ। ਹਾਂ, 10 ਚੀਜ਼ਾਂ ਜਿਹੜੀ ਮਿਲ ਗਈਆਂ, ਉਹ ਉਸ ਵੇਲੇ ਤਾਂ ਰੱਬ ਹੈਗਾ ਸੀ, 11 ਵੀ ਨਹੀਂ ਮਿਲ ਗਿਆ, ਕੋਈ ਰੱਬ ਰੂਪ ਨਹੀਂ ਹੈਗਾ। 10 ਚੀਜ਼ਾਂ ਗੁਰੂ ਨੇ ਦਿੱਤੀਆਂ, ਠੀਕ, ਉਹਦਾ ਧੰਨਵਾਦ ਨਹੀਂ ਕਰਨਾ। 11 ਵੀ ਨਹੀਂ ਦਿੱਤੀ ਨਾ ਜੀ, ਬਸ ਐਵੇਂ ਜੀ, ਮੈਂ ਨਹੀਂ ਜਾਂਦਾ ਗੁਰਦੁਆਰੇ, ਨਾ ਜਾ ਬਈ। ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੀ ਫਰਕ ਪੈਂਦਾ? ਇਹ ਤਾਂ ਸਾਨੂੰ ਫਰਕ ਪੈਣਾ। ਗੁਰੂ ਨੂੰ ਫਰਕ ਤਾਂ ਪਏ ਜੇ ਉਹ ਨਿਰਲੇਪ ਨਾ ਹੋਵੇ, ਸਾਡੇ ਨਾਲ ਜੁੜਿਆ ਹੋਇਆ ਹੋਵੇ, ਫਿਰ ਉਹਨੂੰ ਫਰਕ ਪਏਗਾ। ਉਹ ਤਾਂ ਨਿਰਲੇਪ ਹੈ, ਉਹ ਤਾਂ ਮੋਹ ਤੋਂ ਰਹਿਤ ਹੈ, ਉਹਨੂੰ ਕੋਈ ਮੋਹ ਨਹੀਂ ਹੈਗਾ। ਜੇ ਗੁਰੂ ਦੇ ਦਰ 'ਤੇ ਜਾਣਾ, ਅਸੀਂ ਆਪਣੀ ਲੋੜ ਨੂੰ ਜਾਣਾ ਹੈ। ਸਾਧੂ ਕੋਲ ਜਾਂਦੇ, ਆਪਣੀ ਲੋੜ ਨੂੰ ਜਾਂਦੇ ਹਾਂ। ਉਂਝ ਕੌਣ ਕਿਸੇ ਨੂੰ ਜਾਂਦਾ ਮਿਲਣ? ਲੋੜ ਨੂੰ। ਸਾਧੂ ਕੋਲ ਜਾਣੇ ਤਾਂ ਵੀ ਲੋੜ ਨੂੰ ਜਾਂਦੇ ਹਾਂ, ਗੁਰੂ ਕੋਲ ਜਾਂਦੇ ਤਾਂ ਵੀ ਲੋੜ ਨੂੰ ਜਾਂਦੇ ਹਾਂ। ਸੋ ਸਾਨੂੰ ਲੋੜ ਹੁੰਦੀ ਹੈ। ਫਿਰ ਹੌਲੀ ਹੌਲੀ ਜਦੋਂ ਪਿਆਰ ਪੈ ਜਾਂਦਾ ਹੈ, ਫਿਰ ਕਈ ਵਾਰੀ ਗੁਰੂ ਆਪਣੇ ਪਿਆਰੇ ਨੂੰ ਯਾਦ ਕਰਦਾ ਵੀ ਕਾਫੀ ਦੇਰ ਹੋ ਗਈ ਮੇਰਾ ਪਿਆਰਾ ਆਇਆ ਨਹੀਂ ਹੈ। ਉਹ ਗੱਲ ਵੱਖਰੀ ਹੈ। ਫਿਰ ਤਾਂ ਪਿਆਰ ਹੈ ਨਾ, ਪਿਆਰ ਹਮੇਸ਼ਾ ਦਵੱਲੀ ਹੁੰਦਾ। ਮੋਹ ਵਨ ਸਾਈਡਡ ਹੁੰਦਾ, ਮੋਹ ਵਨ ਸਾਈਡਡ ਹੁੰਦਾ। ਮੰਨ ਲਓ ਮਾਂ ਪਿਓ ਨੂੰ ਬੱਚੇ ਨਾਲ ਮੋਹ ਹੈ, ਕਈ ਵਾਰੀ ਬੱਚੇ ਨੂੰ ਨਹੀਂ ਹੁੰਦਾ, ਕਈ ਵਾਰੀ ਬੱਚੇ ਨੂੰ ਨਹੀਂ ਹੁੰਦਾ। ਘਰ ਦੇ ਵੀ ਇੱਕ ਬੰਦਾ ਹੈ, ਉਹ ਕਹਿੰਦਾ ਮੇਰੀ ਜੀ 50 ਕਿੱਲੇ ਜ਼ਮੀਨ ਹੈ ਬਾਬਾ ਜੀ। ਮੈਂ ਉਹਨਾਂ ਦੇ ਘਰ ਗਿਆ, ਅਖੰਡ ਪਾਠ ਕਰਾਇਆ। ਕੋਠੀ ਮੈਂ ਦੇਖੀ ਪਟਿਆਲੇ 'ਚ, ਵੀ ਐਡੀ ਜ਼ਬਰਦਸਤ ਕੋਠੀ ਨਹੀਂ ਦੇਖੀ। ਐਡਾ ਜ਼ਬਰਦਸਤ ਉਹਨੂੰ ਜਿਹੜਾ ਹੈ ਲੱਕੜ ਲੱਗੀ ਹੋਈ ਅਤੇ ਹੋਰ ਪੱਥਰ ਪੁੱਥਰ ਲੱਗਾ। ਮਨ ਖੁਸ਼ ਹੋ ਕੇ ਡਬਲ ਸਟੋਰੀ ਵੇਖ ਕੇ। ਮੈਂ ਇਸ 'ਤੇ ਘੱਟ ਤੋਂ ਘੱਟ 1.5 ਕਰੋੜ ਰੁਪਈਆ ਲੱਗਣਾ ਬੰਦੇ ਦਾ, ਘੱਟ ਤੋਂ ਘੱਟ ਵੀ। ਇੰਨੀ ਸੋਹਣੀ। ਚਲੋ ਜੀ, ਅਖੰਡ ਪਾਠ ਦਾ ਭੋਗ ਪਿਆ। ਮੈਂ ਲੰਗਰ ਛਕਣ ਤੋਂ ਬਾਅਦ 2 4 ਮਿੰਟ ਬੈਠ ਗਿਆ ਕੋਲ। ਮੈਂ ਜੀ ਸੁਣਾਓ ਜੀ ਕੀ ਹਾਲ ਚਾਲ? ਤੁਹਾਡੇ ਬਜ਼ੁਰਗ ਸਨ, ਉਹ ਵੀ ਉਹ ਨਾ ਉਦਾਸ ਹੋ ਗਏ। ਵੀ ਕੀ ਗੱਲ ਹੋ ਗਈ? ਕਿ ਦੇਖੋ ਬਾਬਾ ਜੀ, ਮੇਰੀ 50 ਕਿੱਲੇ ਜ਼ਮੀਨ ਹੈ, ਮੈਨੂੰ 25 ਲੱਖ ਉਹਦਾ ਜਿਹੜਾ ਹੈ ਆਉਂਦਾ ਹਰ ਮਹੀਨੇ ਠੇਕਾ। 25 ਲੱਖ ਆਉਂਦਾ ਹੈ। ਆਹ ਕੋਠੀ ਹੈ, 18 ਲੱਖ ਦੀ ਮੇਰੀ ਕਾਰ ਖੜੀ ਹੈ, ਆਹ 1.5 ਲੱਖ ਦਾ ਜਿਹੜਾ ਦੁੱਗ ਦੁੱਗ ਕਰਦਾ ਮੋਟਰਸਾਈਕਲ ਉਹ ਖੜਾ ਹੈ। ਮੇਰਾ ਇੱਕ ਲੜਕਾ ਹੈ, ਇੱਕ ਲੜਕੀ ਹੈ। ਲੜਕਾ ਕਹਿੰਦਾ ਮੈਂ ਤਾਂ ਫੌਰਨ ਜਾਣਾ। ਮੈਂ ਕਿਹਾ ਕਾਕਾ ਤੂੰ ਕੁਛ ਵੀ ਭਾਵੇਂ ਨਾ ਕਰ, ਤਾਂ ਵੀ ਆਪਾਂ ਨੂੰ 2.5 ਲੱਖ 2 ਲੱਖ 2.5 ਲੱਖ ਰੁਪਇਆ 25 ਲੱਖ ਜੇ 12 ਤੇ ਡਿਵਾਈਡ ਕਰੀਏ, 12 ਦੂਣੀ 24, ਘੱਟ ਘੱਟ 2 ਲੱਖ ਤਾਂ ਹੈ ਨਾ ਮਹੀਨੇ ਦਾ। 2 ਲੱਖ ਮਹੀਨੇ ਦਾ ਹੈ ਆਪਾਂ ਨੂੰ। ਕੋਠੀ ਆਪਣੇ ਕੋਲ ਹੈ, ਕਾਰ ਆਪਣੇ ਕੋਲ ਹੈ, ਮੋਟਰਸਾਈਕਲ ਆਪਣੇ ਕੋਲ ਹੈ। ਇੱਥੇ ਕਿਸ ਚੀਜ਼ ਦੀ ਕਮੀ ਹੈ? ਤੂੰ ਕੁਛ ਵੀ ਨਾ ਕਰ, ਕਾਰ ਤੇ ਖੇਤ 'ਚ ਗੇੜਾ ਲਾਇਆ ਜੇ ਤੇਰਾ ਚੱਲ ਮਨ ਲੱਗਿਆ ਰਹੇਗਾ। ਹੋਰ ਕਿ ਭਾਵੇਂ ਨਾ ਕਰ। ਨਾ ਜੀ, ਕਹਿੰਦਾ ਮੈਂ ਤਾਂ ਜਾਣਾ। ਚਲੋ ਚਲਿਆ ਗਿਆ। ਹੁਣ ਭੈਣ ਭਰਾ ਆਪਸ 'ਚ ਗੱਲਾਂ ਕਰਦੇ ਨੇ। ਲੜਕੀ ਨੇ ਆਈਲੈਟਸ ਕਰ ਲਈ। ਮੈਂ ਕਿਹਾ ਮੈਨੂੰ ਹੋ ਗਿਆ, ਮੈਂ ਉਹ ਇਹ ਆਈਲੈਟਸ ਕਰ ਵੀ ਜਾਊ, ਕਿਉਂਕਿ ਜਿਹੜੀ ਲੜਕੀ ਆਈਲੈਟਸ ਕਰ ਲੈ ਸਮਝ ਅੱਜ ਗਈ ਕੱਲ੍ਹ ਗਈ, ਅੱਜ ਗਈ ਕੱਲ੍ਹ ਗਈ, ਬਸ ਉਹਨੂੰ ਮੁੰਡਾ ਲੱਭ ਗਿਆ। ਚਲ ਕਹਿੰਦਾ ਉਹ ਵੀ ਇੱਕ ਕੱਲ੍ਹ ਨੂੰ ਜਾ ਰਹੀ ਹੈ ਜੀ, ਇਸ ਲਈ ਖੰਡ ਪਾਠ ਕਰਾਇਆ ਸੀ ਵੀ ਰਾਜੀ ਖੁਸ਼ੀ ਪਹੁੰਚ ਜਾਣ। ਕਹਿੰਦਾ ਦੱਸੋ ਹੁਣ ਅਸੀਂ ਬਜ਼ੁਰਗ ਮੀਆਂ ਬੀਬੀ ਇੱਥੇ ਰਹਿ ਗਏ। ਇਹਨਾਂ ਨੂੰ ਤਾਂ ਜ਼ਮੀਨ ਨਾਲ ਮੋਹ ਹੀ ਕੋਈ ਨਹੀਂ।
ਜੇ ਮੋਹ ਹੁੰਦਾ ਸਾਡੇ ਨਾਲ ਜ਼ਮੀਨ ਵਾਲੇ ਨਾ ਜਾਂਦੇ, ਇਹਨਾਂ ਦੇ ਮੋਹ ਹੀ ਕੋਈ ਨਹੀਂ, ਅਤੇ ਮਗਰੋਂ ਰਿਸ਼ਤੇਦਾਰਾਂ ਦੇ ਬਗਾਨੇ ਨੇ ਸਾਡੀ ਜ਼ਮੀਨ ਦੱਬ ਲੈਣੀ ਹੈ। ਅਸੀਂ ਜਿੱਦੇ ਮਰ ਗਏ ਸਾਡੀ ਜ਼ਮੀਨ ਦੱਬ ਲੈਣਗੇ। ਸਕੇ ਭਰਾ ਦੱਬ ਲੈਂਦੇ ਨੇ, ਖਾਸ ਕਰ ਜੱਟ ਦੱਬ ਗਈ ਤਾਂ ਜੀ। ਇਹ ਬੇਈਮਾਨ ਹੁੰਦੇ ਨੇ। ਭਾਵੇਂ ਮੈਂ ਆਪ ਜੱਟ, ਨਾਰਾਜ਼ ਨਾ ਸੁਣਨ ਵਾਲੇ ਮੇਰੇ ਨਾਲ ਜੱਟ। ਇਹ ਮੈਂ ਦੇਖਿਆ 2-2 ਇੰਚ ਵੱਟ ਹੀ ਵੱਢੀ ਜਾਂਦੇ ਗੁਆਂਢੀ ਦੀ। ਦੱਸੋ ਵੀ ਤਾਂ ਭਲੇ ਮਾਨਸ ਵੱਟ ਪਾਏ ਨਾ, ਪਰਲੇ ਪਾਸੇ ਦੂਜੇ ਦਾ ਖੇਤ ਆਪਣੇ ਨਾ, ਹਰ ਸਾਲ 2 ਇੰਚ ਵੱਟ ਵੱਢ ਕੇ ਪਤਲੀ ਕਰ ਦੇਣੀ ਵੀ 2 ਇੰਚ ਰਲਾ ਲਓ ਵੀ ਤਾਂ ਭਲੇ ਮਾਨਸ ਵੀ ਕਿਆ ਹੋ ਜਾਏਗਾ। ਇੱਕ ਵਾਰੀ ਪਿਤਾ ਜੀ ਕਾਫੀ ਚੌੜਾ ਖਾਲ ਦੇ ਨਾਲ ਕਾਫੀ ਚੌੜੀ ਵੱਟ ਪਾ ਰਹੇ, ਘੱਟ ਤੋਂ 2.5-3 ਫੁੱਟ ਚੌੜੀ ਪਾ ਰਹੇ। ਮੈਂ ਬਾਪੂ ਜੀ ਐਡੀ ਚੌੜੀ ਵੱਟ ਕਿਉਂ ਪਾ ਰਹੇ ਹੋ? ਕਹਿੰਦੇ ਪੁੱਤਰ ਬੀਬੀਆਂ ਨਾ ਭੱਤਾ ਲੈ ਕੇ ਲੰਘਦੇ, ਬ੍ਰੈਕਫਾਸਟ ਜਿਹਨੂੰ ਆਪਾਂ ਕਹਿੰਦੇ, ਭੱਤਾ ਲੈ ਕੇ ਲੰਘਦੇ ਨੇ, ਘੁੰਡ ਕੱਢਿਆ ਹੁੰਦਾ ਹੈ। ਜੇ ਆਪਾਂ ਵੱਟ ਸੌੜੀ ਹੋਈ, ਉਹ ਡਿੱਗ ਪਈ, ਨਾਲੇ ਤਾਂ ਲੱਸੀ ਡੁੱਲ ਜੂ, ਰੋਟੀਆਂ ਸਾਰੀਆਂ ਡੁੱਲ ਜਾਣਗੀਆਂ, ਨਾਲੇ ਵਿਚਾਰੀ ਸ਼ਰਮਿੰਦੀ ਹੋਊਗੀ। ਵੀ ਜੇ ਭਗਵਾਨ ਪਰਮਾਤਮਾ ਨੇ ਦੇਣੇ ਪਰ 35 ਕਿੱਲੇ ਨੂੰ ਉਸ 'ਚ ਦੇ ਦੂਗਾ, ਜ਼ਰੂਰੀ ਵੱਟ 'ਚ ਦੇਣੇ ਨੇ। ਮੈਂ ਕਿਹਾ ਵੀ ਬਾਪੂ ਦੀ ਸੋਚ ਤਾਂ ਬੜੀ ਤਗੜੀ ਹੈ। ਮੈਂ 1-2 ਬੰਦੇ ਟੋਟਲ ਇਮਾਨਦਾਰ ਵੇਖੇ ਨੇ, ਟੋਟਲ। ਇੱਕ ਮੈਨੂੰ ਆਪਣਾ ਬਾਪ ਮਿਲਿਆ, ਇੱਕ ਸਾਡਾ ਮੇਘਰਾਜ ਟੀਚਰ ਹੁੰਦਾ ਸੀ, ਉਹ ਵੀ ਟੋਟਲ ਇਮਾਨਦਾਰ ਸੀ, ਨਾ ਕਿਸੇ ਨੂੰ ਰਿਸ਼ਵਤ ਵੀ ਨਹੀਂ ਸੀ ਦਿੰਦਾ। ਕਹਿੰਦਾ ਕੁਛ ਹੋ ਜਾਏ, ਨਹੀਂ ਕੰਮ ਕਹਿੰਦੇ ਨਾ ਕਰੋ। ਇੱਕ ਵਾਰੀ ਜਿਹੜਾ ਜਿਸ ਸਾਨੂੰ ਖਜ਼ਾਨਾ ਉਹਨੇ ਬਕਾਇਆ ਸੀ 30,000, ਉਹ ਕਢਾਏ ਨਾ। ਕਹਿੰਦਾ ਨਾ ਕਢਾ, ਕਦੇ ਤਾਂ ਕਢਾਏਂਗਾ ਨਾ। ਹੁਣ ਜਦ ਦੇਖੀ ਆਡੀ ਕਰੀ ਗਿਆ ਦੇਖੀ ਕਾਕਾ ਨੂੰ ਕੀ ਹੋ ਗਿਆ, ਔਰ ਇਹ ਕਰੀ ਗਿਆ। ਜਦ ਦੇਖਿਆ ਖਜ਼ਾਨੇ ਵਾਲਿਆਂ ਨੇ ਵੀ ਇਹ ਨਹੀਂ ਆਉਂਦਾ, ਇਹ ਨਹੀਂ ਕੋਈ ਦਿੰਦਾ, ਉਹਦਾ ਬਕਾਇਆ ਰਿਲੀਜ਼ ਕਰਦਾ। ਕਹਿੰਦਾ ਕੋਈ ਰੱਖ ਲਓ। ਕਿੰਨੀ ਕੁ ਦੇਰ ਰੱਖੋਗੇ? ਜੇ ਜ਼ਿਆਦਾ ਦੇਰ ਰੱਖੋ ਮੈਂ ਕੋਰਟ 'ਚ ਚਲਿਆ ਜਾਗਾ। ਇੱਕੋ ਲੈਟਰ ਹੁੰਦੀ ਦੇਰ ਹੈ, ਭੱਜੇ ਫਿਰਨਗੇ। ਫਿਰ ਇਹ ਵਕੀਲ ਕਹਿੰਦੇ ਮੇਰੇ ਦੋਸਤ ਨੇ, ਮੈਂ ਵਕੀਲ ਨੂੰ ਕਹਿੰਦਾ ਇੱਕ ਚਿੱਠੀ ਪਾਈ ਜਰਾ, ਫਿਰ ਦੇਖੇ ਕਦੇ ਭੱਜੇ ਹੁੰਦੇ ਆ, ਆਪੇ ਘਰ ਆ ਕੇ ਦੇਣਗੇ ਬਕਾਏ ਹੋਏ। ਇਹੋ ਜਿਹਾ ਨਹੀਂ ਸੀ ਕਰਦਾ। ਮੇਰੇ ਨਾਲ 18 ਸਾਲ ਅਸੀਂ ਘਨੌਰ ਰਹੇ ਹਾਂ, ਮੈਂ ਨਹੀਂ ਉਹਨੂੰ ਵੇਖਿਆ ਕਦੇ ਇੱਕ ਨਵੇਂ ਪੈਸੇ ਦਾ ਕੁਛ ਹੇਰਾ ਫੇਰੀ ਕੁਛ ਵੀ ਕਰਦਿਆਂ ਜ਼ਿੰਦਗੀ ਦੇ ਵਿੱਚ। ਜਦ ਸਾਡਾ ਬਾਪ ਸੀ ਉਹਨੂੰ ਮੈਂ ਜਾਣ, ਕਿਉਂਕਿ ਜਿਹੜਾ ਆਪਾਂ ਨਜ਼ਦੀਕ ਤੋਂ ਜਾਣਦੇ ਸਾਰੀ ਲਾਈਫ ਜਿਹਨੂੰ ਦੇਖੀ ਉਹੀ ਕਹਿੰਦੇ ਨੇ। ਉਹਨਾਂ ਨੇ ਇੱਕ ਵਾਰੀ ਗੁਰਦੁਆਰਾ ਨਾ ਜੀ ਖਜ਼ਾਨਚੀ ਬਣਾਤਾ। ਬਾਪੂ ਜੀ ਤੁਸੀਂ ਅਨਪੜ੍ਹ ਹੋ, ਊੜਾ ਤੁਹਾਨੂੰ ਪੜ੍ਹਨਾ ਨਹੀਂ ਹੁੰਦਾ, ਲਿਖਣਾ ਤਾਂ ਕਿਸੇ ਨੇ, ਤੁਸੀਂ ਖਜ਼ਾਨਚੀ ਹੋ ਗਏ। ਕਹਿੰਦੇ ਹੋਰ ਤਾਂ ਉਹਨਾਂ ਨੂੰ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਸੀ। ਦੇਖੋ ਆ ਵੀ ਹਾਲ ਹੈ। ਕਹਿੰਦਾ ਹੋਰ ਮੈਂ ਕਿਵੇਂ ਸਾਗਰ ਤੇਰੇ ਮੁੰਡੇ ਪੜ੍ਹੇ ਹੋਏ, ਉਹਨਾਂ ਨੂੰ ਜਾ ਕੇ ਲਿਖਾ ਦਿਆ ਕਰ, ਆਪੇ ਲਿਖ ਲੈਣਗੇ। ਦੱਸ ਇਮਾਨਦਾਰੀ ਵਾਕਈ ਕੋਈ ਨਾ ਕੋਈ ਚੀਜ਼ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਤਾਂ ਕਿੱਥੋਂ ਗੱਲ ਚੱਲੀ ਸੀ। ਹਾਂ ਵੀ ਮੋਹ ਦੀ ਗੱਲ ਸੀ ਵੀ ਤਾਂ ਮੈਂ ਕਹਿੰਦਾ ਮੋਹ ਇੱਕ ਪਾਸੜ ਵੀ ਹੋ ਸਕਦਾ ਹੈ। ਦੇਖੋ ਮਾਂ ਪਿਓ ਨੂੰ ਮੋਹ ਸੀ, ਉਹ ਬੜਾ ਉਹਨਾਂ ਦੋਨਾਂ ਬੱਚਿਆਂ ਨੂੰ ਕਿਹਾ ਵੀ ਚੱਲ ਭਾਈ ਚੱਲ ਮੁੰਡਾ ਚਲੇ ਗਿਆ, ਧੀ ਹੈ ਤੂੰ ਇੱਥੇ ਰਹਿ, ਦੁੱਖ ਸੁੱਖ 'ਚ ਆ ਜਾਂਦਾ ਬੰਦਾ, ਨੇੜੇ ਆ ਜਾਂਦਾ, ਕਿੱਥੇ ਫੌਰਨ 'ਚੋਂ ਆਓਗੇ? ਹਾਂਜੀ ਨਾ, ਕਹਿੰਦੇ ਨਹੀਂ ਮੰਨੇ। ਇਹਦਾ ਮਤਲਬ ਸਾਡੇ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ, ਕੋਈ ਮੋਹ ਨਹੀਂ, ਚਲੇ ਗਏ ਆਪਣੇ ਖਾਤਰ ਆਪਣੇ ਉਹ ਚਲੇ। ਪਰ ਜਿਹੜਾ ਪਿਆਰ ਹੁੰਦਾ ਹੈ ਹਮੇਸ਼ਾ ਦਪਾਸੜ ਹੁੰਦਾ। ਪਿਆਰ ਕਦੇ ਕਪਾਸੜ ਨਹੀਂ ਹੁੰਦਾ, ਉਹ ਹਮੇਸ਼ਾ ਦਪਾਸੜ ਹੁੰਦਾ। ਅਤੇ ਜੇ ਪਿਆਰ ਪਰਮਾਤਮਾ ਨਾਲ ਅਤੇ ਗੁਰੂ ਨਾਲ, ਬਸ ਇਹੀ ਦਪਾਸੜ ਹੁੰਦਾ। ਹੋਰ ਬਾਕੀ ਮੈਂ ਕਿਸੇ ਨਾਲ ਪਿਆਰ ਦਪਾਸੜ ਨਹੀਂ ਵੇਖਿਆ। ਅੱਜ ਹੈਗਾ ਕੱਲ੍ਹ ਟੁੱਟ ਟੱਟ ਜਾਂਦਾ ਹੈ। 5 ਸਾਲ ਪਿਆਰ ਕਰਦੇ ਲੜਕਾ ਲੜਕੀ, ਵਿਆਹ ਹੋ ਗਿਆ, 1 ਮਹੀਨੇ ਬਾਅਦ ਕੁੜੀ ਆ ਗਈ, ਮੈਂ ਤਲਾਕ ਲੈਣਾ। ਮੈਂ ਕਿਉਂ ਮੈਨੂੰ ਪਤਾ ਸੀ ਇਹ ਲਵ ਕਰਦੇ ਨੇ, ਅਤੇ ਮਾਂ ਪਿਓ ਤਾਂ ਬਾਹਰੀ ਹੋ ਕੇ ਇਹਨਾਂ ਨੇ ਜਿਹੜਾ ਹੈ ਵਿਆਹ ਕਰਾਇਆ ਹੋਇਆ ਹੈ। ਕਹਿ ਜੀ ਉਹ ਨਸ਼ੇ ਕਰਦਾ। ਮੈਂ ਤੂੰ 5 ਸਾਲ ਸੁੱਤੀ ਰਹੀ ਹੈ, ਝੂਠ ਬੋਲਦੀ ਹੈ ਤੂੰ, ਤੈਨੂੰ 5 ਸਾਲ ਤੋਂ ਪਿਆਰ ਕਰ, ਤੈਨੂੰ ਪਤਾ ਨਹੀਂ ਲੱਗਿਆ ਉਹ ਨਸ਼ੇ ਕਰਦਾ? ਕਿਉਂ ਮੈਂ ਝੂਠ ਬੋਲਦੇ ਇੱਥੇ ਆ ਕੇ? ਹਾਂ ਹੁਣ ਜੀ ਨੇ ਤੁਸੀਂ ਵਸਣਾ ਹੀ ਨਹੀਂ ਹੈਗਾ, ਬਸ ਪਤਾ ਨਹੀਂ ਕੀ ਭੇੜ ਚਾਲ ਜੀ ਬਣ ਗਈ ਹੈਗੀ। ਹਾਂ ਇਹ ਹਾਲ ਹੈ ਜੀ, ਬਸ ਐਵੇਂ ਹੀ ਹੈ। ਆਈ ਲਵ ਯੂ ਸਭ ਪਿਆਰ ਕਸਮੇ ਵਾਅਦੇ ਪਿਆਰ ਵਫਾ ਸਭ ਬਾतें हैं, बातों का क्या। मैं कोई फिल्म देखी बड़े साल पहले, वो चीज़ मैं हाँ यार गल तो बिल्कुल ठीक है। कस्में कसम चुकना मैं, हाँ मैं बस ऐ करूँगा, मगर कौन तू कौन मैं कौन। सौं खा लेना गुरु ग्रंथ साहब दे अगे तां भी मुकर जाते हैं। हाँ जी तां भी मुकर जाते, बुरा हाल है संसार। इस लिए प्यार तो बस ਜਾਂ ਗੁਰੂ ਨਾਲ ਹੋ ਸਕਦਾ ਹੈ ਜਾਂ ਰੱਬ ਨਾਲ ਹੋ ਸਕਦਾ ਹੈ। ਬਸ
ਜੇ ਆਪਾਂ ਗੁਰੂ ਨੂੰ ਪਿਆਰ ਕਰਦੇ, ਰੱਬ ਨੂੰ ਪਿਆਰ ਕਰਦੇ, ਉਹ ਵੀ ਸਾਨੂੰ ਜ਼ਰੂਰ ਕਰਨਗੇ। ਪਿਆਰ ਹਮੇਸ਼ਾ ਤੋਂ ਪਾਸੜ ਹੁੰਦਾ। ਇਹ ਕਦੇ ਨਹੀਂ ਮਨ 'ਚ ਲਿਆਉਣਾ ਵੀ ਮੈਂ ਗੁਰੂ ਨੂੰ ਪਿਆਰ ਕਰਦਾ, ਗੁਰੂ ਪਤਾ ਨਹੀਂ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ। ਨਹੀਂ, ਐਕਚੁਅਲੀ ਪਰਮਾਤਮਾ ਦੇ ਅਸੀਂ ਬੱਚੇ ਹਾਂ, ਪਰਮਾਤਮਾ ਦੇ ਸਾਨੂੰ ਪਿਆਰ ਕਰਦਾ ਹੀ ਕਰਦਾ, ਅਸੀਂ ਹੀ ਉਹਨੂੰ ਨਹੀਂ ਕਰਦੇ। ਜਦੋਂ ਅਸੀਂ ਕਰਨਾ ਸ਼ੁਰੂ ਕਰਦੇ ਨੇ ਫਿਰ ਉਹਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਇਹਨਾਂ ਨੂੰ ਸੋਝੀ ਆ ਗਈ ਹੈ, ਮੈਨੂੰ ਪਿਆਰ ਕਰਦੇ ਨੇ। ਫਿਰ ਹੌਲੀ ਹੌਲੀ ਪਿਆਰ ਵੱਧਦਾ ਜਾਂਦਾ ਅਤੇ ਪਰਮਾਤਮਾ ਪਿਆਰ ਦੇ ਵਸ 'ਚ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਪਿਆਰ ਦੇ ਵਸ 'ਚ ਹੈ। ਪਿਆਰਾ ਫਿਰ ਜੋ ਕਹਿੰਦਾ ਹੈ ਪਰਮਾਤਮਾ ਮੰਨ ਲੈਂਦਾ। ਧੰਨਾ ਭਗਤ ਪਿਆਰਾ ਹੈ, ਪਰ ਰੱਬ ਉਹਦੇ ਪਾਣੀ ਲਾ ਰਿਹਾ ਹੈ, ਖੇਤਾਂ ਨੂੰ ਪਾਣੀ ਲਾ ਰਿਹਾ। ਪਿਆਰੇ ਦੇ ਕੰਮ ਕਰਦਾ ਹਾਂ, ਹੈ ਨਾ ਸਵਾਦ ਪਿਆਰ ਦਾ। ਹਾਂ, ਪਿਆਰ ਕਰਨਾ ਤਾਂ ਗੁਰੂ ਨੂੰ ਕਰੋ ਜਾਂ ਰੱਬ ਨੂੰ ਕਰੋ। ਬਾਕੀ ਸਾਰਿਆਂ ਨਾਲ ਜੇ ਪਿਆਰ ਝੂਠੇ ਹੁੰਦੇ ਨੇ। ਅੱਜ ਹੈਗਾ ਸਾਲ 2 ਸਾਲ 10 ਸਾਲ ਖਤਮ, ਕਿਉਂਕਿ ਜਿਹੜਾ ਸਾਡਾ ਸੰਸਾਰਿਕ ਪਿਆਰ ਹੈ ਇਹ ਨਾ ਐਕਚੁਅਲੀ ਸਵਾਰਥ 'ਤੇ ਖੜ੍ਹਾ ਹੈ। ਅਸੀਂ ਸਵਾਰਥ ਕਾਰਨ ਇੱਕ ਦੂਜੇ ਨੂੰ ਪਿਆਰ ਕਰ ਰਹੇ ਅਤੇ ਸ਼ੋਅ ਹੈ ਹੁੰਦਾ ਅਸੀਂ ਪਿਆਰ ਕਰਦੇ ਹਾਂ। ਐਕਚੁਅਲੀ ਦੋਨਾਂ ਦਾ ਇੱਕ ਦੂਜੇ ਪ੍ਰਤੀ ਸਵਾਰਥ ਹੁੰਦਾ। ਜਿੰਨੇ ਚਿਰ ਸਵਾਰਥ ਪੂਰਾ ਹੁੰਦਾ ਵੈਲ ਐਂਡ ਗੁੱਡ, ਜਦੋਂ ਸਵਾਰਥ ਨਹੀਂ ਪੂਰਾ ਹੁੰਦਾ ਤੂੰ ਕੌਣ ਮੈਂ ਕੌਣ। ਰਤੀ 2 ਸ਼ਬਦ ਕਹਿ ਦਿਓ ਉੱਥੇ ਜਗ ਟੁੱਟ ਜਾਂਦੀ ਹੈ। 2 ਸ਼ਬਦ ਕਿਸੇ ਨੇ ਕਹਿਤੇ ਨਾ, ਉਹ ਅਗਲਾ ਸੋਚਦੇ ਵੀ ਯਾਰ ਇੰਨੇ ਸਾਲਾਂ ਦਾ ਪਿਆਰ ਸੀ ਆਪਸ 'ਚ, ਇਹ 2 ਸ਼ਬਦਾਂ ਪਿੱਛੇ ਕਾਹਨੂੰ ਤੋੜ ਨਾ ਬੋਲ ਚੱਲ ਪਾਉਂਦੀ ਵੀ ਹਾਂ ਐਂ ਕਿਉਂ ਕਿਹਾ, ਐਂ ਕਿਉਂ ਕਿਹਾ। ਇਹਦਾ ਮਤਲਬ ਫਿਰ ਸਵਾਰਥ 'ਤੇ ਕਿਹੜਾ ਪਿਆਰ 'ਤੇ ਨਾ ਹੋਇਆ। ਪਿਆਰ ਨਹੀਂ ਹੁੰਦਾ। ਪਿਆਰ ਇਸ ਲਈ ਪਿਆਰ ਤਾਂ ਬਸ ਗੁਰੂ ਨਾਲ ਅਤੇ ਰੱਬ ਨਾਲ ਹੀ ਹੁੰਦਾ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦ, ਹਰ ਕਥਾ ਮੰਗੈ ਹਰ ਚੰਗੀ ਜੀਓ। ਭਗਤਾਂ ਦੇ ਪਰਮਾਤਮਾ ਦੇ ਨਾਮ ਦਾ ਹੀ ਆਧਾਰ ਹੈ, ਓਟ ਆਸਰਾ ਹੈ। ਉਹ ਪਰਮਾਤਮਾ ਕਥਾ ਦੇ ਸਿਫਤ ਸਲਾਹ ਆਪਾਂ ਕਥਾ ਵਾਰਤਾ ਕਰ ਰਹੇ, ਐਕਚੁਅਲੀ ਸਿਫਤ ਸਲਾਹ ਹੀ ਕਰ ਰਹੇ ਨੇ। ਸੋ ਕਥਾ ਦੀ ਸਿਫਤ ਸਲਾਹ, ਉਹ ਪਰਮਾਤਮਾ ਤੋਂ ਕਥਾ ਮੰਗੇ ਹਰ ਚੰਗੀ ਜੀਓ। ਉਹ ਪਰਮਾਤਮਾ ਸਿਫਤ ਸਲਾਹ ਮੰਗਦੇ ਨੇ ਵੀ ਅਸੀਂ ਤੇਰੀ ਸਿਫਤ ਸਲਾਹ ਕਰੀਏ। ਉਹ ਇਹ ਮੰਗਦੇ ਨੇ ਭਗਤ। ਆਪਾਂ ਸੰਸਾਰੀ ਜੀਵ ਹਾਂ, ਅਸੀਂ ਸੰਸਾਰੀ ਚੀਜ਼ਾਂ ਮੰਗਦੇ ਹਾਂ, ਉਹ ਪਰਮਾਤਮਾ ਸਿਫਤ ਸਲਾਹ ਮੰਗਦੇ ਹਨ। ਸੋ ਸਾਡੀ ਸੋਚ ਤਾਂ ਹੀ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦੇ ਸੰਸਾਰੀ ਦਾ ਆਪਸ 'ਚ ਮੇਲ ਕੋਈ ਨਹੀਂ ਹੈਗਾ, ਸੁਭਾਅ ਹੀ ਨਹੀਂ ਮਿਲਦੇ, ਸੁਭਾਅ ਹੀ ਨਹੀਂ ਮਿਲਦੇ। ਆਪਾਂ ਜੇ ਭਗਤ ਕੋਲੇ ਜਾਂਦੇ ਹਾਂ ਨਾ, ਉਹਨੇ ਪਿਆਰ ਨਹੀਂ, ਉਹਨੂੰ ਸਵਾਰਥ ਲਈ ਜਾਂਦੇ ਹਾਂ ਵੀ ਚਲ ਜਾ ਚੱਲੀਏ, ਧੀ ਪੁੱਤਰ ਹੈ ਨਹੀਂ ਸ਼ਾਇਦ ਮਿਲ ਜੇ, ਗਰੀਬੀ ਹੈ ਚੱਲ ਸ਼ਾਇਦ ਦੂਰ ਕਰਦੇ ਹੈ, ਕੋਈ ਨਾ ਕੋਈ ਕਹਿ ਦੇ ਚੰਗਾ ਭਗਤਾ ਤੇਰਾ ਆਧਾਰ ਹੋਵੇ, ਤੇਰਾ ਭਲਾ ਹੋਵੇ। ਕਈ ਵਾਰ ਆਪਾਂ ਕਹਿੰਦੇ ਹਾਂ ਬਾਬਾ ਜੀ ਸਿਰ 'ਤੇ ਹੱਥ ਰੱਖ ਦਿਓ ਜੀ। ਹਾਂਜੀ, ਸਾਰੇ ਨਾ ਸਭ ਜਿਹੜੇ ਮਹਾਂਪੁਰਖ ਸੰਤ ਸੁਖਦੇਵ ਸਿੰਘ ਜੀ ਕੋਲ ਜਾਂਦੇ, ਮੈਂ ਦੇਖਿਆ ਉਹ ਕਈਆਂ ਦੇ ਸਿਰ 'ਤੇ ਹੱਥ ਰੱਖਦੇ ਨੇ। ਉਹਨੇ ਮੇਰੇ ਕਦੇ ਸਿਰ 'ਤੇ ਹੱਥ ਹੀ ਨਹੀਂ ਰੱਖਿਆ। ਮੈਂ ਵੀ ਇੱਕ ਦਿਨ ਕਹਿਤਾ, ਮੈਂ ਬਾਬਾ ਜੀ ਮੇਰੇ ਸਿਰ 'ਤੇ ਹੱਥ ਰੱਖ ਦਿਓ। ਨਾ ਭਾਈ ਕਹਿੰਦੇ ਤੇਰੇ ਸਿਰ 'ਤੇ ਹੱਥ ਰੱਖਣ ਦੀ ਲੋੜ ਨਹੀਂ ਹੈ, ਤੇਰੀ ਭਜਨ ਬੰਦਗੀ ਬਥੇਰੀ ਹੈ, ਤੂੰ ਬਸ ਲੱਗਾ ਰਹਿ। ਨਹੀਂ ਰੱਖਿਆ। ਹਾਂ ਜੀ ਕਿ ਜੇ ਤੂੰ ਭਾਈ ਜ਼ਰੂਰ ਕਰੇ ਲਿਆ ਅਸੀਂ ਰੱਖ ਦਿੰਦੇ ਹਾਂ, ਨਹੀਂ ਤਾਂ ਕੋਈ ਲੋੜ ਨਹੀਂ ਹੈਗੀ, ਤੁਸੀਂ ਲੱਗਾ ਔਰ ਤੇਰੀ ਭਜਨ ਬੰਦਗੀ ਪਹਿਲਾਂ ਬਥੇਰੀ, ਦਾਤਾ ਕਿਰਪਾ ਕਰੇ ਲੱਗਾ ਰਹੇ ਤੂੰ। ਸੋ ਆਪਾਂ ਕਈ ਵਾਰੀ ਕਹਿੰਦੇ ਹਾਂ ਚਲੋ ਕੋਈ ਸਾਧੂ ਸੰਤ ਸਿਰ 'ਤੇ ਹੱਥ ਰੱਖਦੇ ਕੋਈ ਭਲਾ ਹੋ ਜਾਏਗਾ। ਜੇ ਵਾਕਈ ਸਾਧੂ ਸੰਤ ਹੈ ਨਾ, ਐਸੀ ਗੱਲ ਨਹੀਂ ਜਿਹੜੇ ਟੱਚ ਹੁੰਦੇ ਨਾ ਸਰੀਰ ਟੱਚ ਦੇਖਣ, ਜਿਹੜੇ ਗੁਰੂਆਂ ਜੇ ਪੰਚਮ ਪਾਤਸ਼ਾਹ ਕਹਿੰਦੇ ਨੇ ਦੇਖਣ ਨਾਲ ਦੁੱਖ ਦੂਰ ਹੋ ਜਾਂਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨਾ ਦਾਸ ਕਾ ਦੁੱਖ ਵਿਦਾਰਿਓ। ਕਿਰਪਾ ਕਟਾਖ ਦੇ ਕਿਰਪਾ ਦ੍ਰਿਸ਼ਟੀ ਨਾਲ, ਜਦੋਂ ਕਹਿੰਦੇ ਕਿਰਪਾ ਦ੍ਰਿਸ਼ਟੀ ਨਾਲ ਪ੍ਰਮਾਤਮਾ ਮੇਰੇ ਵੱਲ ਵੇਖਿਆ ਨਾ, ਸਾਰੇ ਦੁੱਖ ਹੀ ਦੂਰ ਕਰਦੇ ਹਨ। ਸੋ ਇਸ ਲਈ ਕਿ ਉਹਨਾਂ ਨਾ ਇੰਨਾ ਨਾਮ ਉਹਨਾਂ ਜਪਿਆ ਹੁੰਦਾ ਹੈ ਕਿ ਅੰਗ ਅੰਗ ਦੇ ਵਿੱਚ ਸ਼ਕਤੀ ਉਹਨਾਂ ਦੇ ਹੋ ਜਾਂਦੀ ਹੈ। ਅੱਖਾਂ ਜੇ ਅੱਖਾਂ ਨਾਲ ਕਿਰਪਾ ਨਾਲ ਕਰਕੇ ਵੇਖਦੇ ਨਾ, ਬਸ ਉੱਥੇ ਰੋਗ ਦੂਰ ਕਰ ਦਿੰਦੇ। ਕਈਆਂ ਨੂੰ ਛੋ ਕੇ ਕਰਦੇ ਨੇ, ਕਈਆਂ ਨੂੰ ਕਹਿੰਦੇ ਜਾ ਭਾਈ ਤੇਰਾ ਦੁੱਖ ਦੂਰ ਹੋ ਜਾਂਦਾ ਬਸ, ਕਿਉਂ ਕਮਾਈ ਇੰਨੀ ਹੁੰਦੀ ਉਹਨਾਂ ਦੀ। ਹਾਂ ਇਹਨੇ ਵੀ ਸੰਤ ਇਹੋ ਜਿਹੇ ਸਾਧੂ ਹੁੰਦੇ ਘੱਟ ਨੇ। ਸਾਧੂਆਂ ਦਾ ਸ਼ੋਅ ਕਰਨਾ ਆਪਣੇ ਆਪ ਨੂੰ ਇੱਕ ਹੋਰ ਗੱਲ ਹੁੰਦੀ ਹੈ। ਸਾਧੂ ਅਸਲ 'ਚ ਅੰਦਰੋਂ ਹੋਣਾ ਸ਼ਕਤੀਸ਼ਾਲੀ ਹੋਣਾ, ਰਿੱਧੀਆਂ ਸਿੱਧੀਆਂ ਦਾ ਮਾਲਕ ਹੋਣਾ, ਰੱਬ ਦੀ ਪ੍ਰਾਪਤੀ ਹੋਣਾ,
ਇਹ ਫਿਰ ਵਿਰਲੇ ਟਾਵੇਂ ਹੁੰਦੇ ਨੇ। ਇਹ ਤਾਂ ਗੁਰਬਾਣੀ ਵੀ ਕਹਿੰਦੀ ਹੈ, ਇਹ ਪਰਮਾਤਮਾ ਭਗਤ ਵਿਰਲੇ ਟਾਵੇਂ ਹੁੰਦੇ ਨੇ। ਐਵੇਂ ਨਹੀਂ ਹੁੰਦਾ ਵੀ ਘਰ ਘਰ ਹੀ ਭਗਤ ਫਿਰੀ ਜਾਂਦੇ ਨੇ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੈ ਹਰ ਚੰਗੀ ਜੀ। ਜਿਹੜੇ ਭਗਤਾਂ ਦੇ ਮਨ ਨੂੰ ਤਾਂ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਹੁੰਦਾ, ਉਹ ਤਾਂ ਹਮੇਸ਼ਾ ਪਰਮਾਤਮਾ ਦਾ ਸਿਫਤ ਸਲਾਹ ਮੰਗਦੇ ਨੇ, ਕਿਉਂਕਿ ਉਹਨਾਂ ਨੂੰ ਚੰਗੀ ਲੱਗਦੀ ਉਹ ਪਰਮਾਤਮਾ ਦੀ ਸਿਫਤ ਸਲਾਹ, ਕਿ ਉਹਨਾਂ ਨੂੰ ਚੰਗੀ ਲੱਗਦੀ, ਇਸ ਲਈ ਪਰਮਾਤਮਾ ਦੀ ਸਿਫਤ ਸਲਾਹ ਮੈਂ ਸੱਚੇ ਪਾਤਸ਼ਾਹ ਇਨਾਮ ਦੀ ਦਾਤ ਬਖਸ਼ੋ ਜੀ, ਮੈਂ ਵੱਧ ਤੋਂ ਤੁਹਾਡੀ ਭਜਨ ਬੰਦਗੀ ਕਰਾਂ ਜੀ, ਬਸ ਇਹ ਮੰਗਦੇ ਨੇ। ਇਸ ਲਈ ਸੰਸਾਰੀਆਂ ਦੇ ਭਗਤਾਂ 'ਚ ਫਰਕ ਹੁੰਦਾ ਹੈ। ਆਪਣੇ ਜਦੋਂ ਭਜਨ ਬੰਦਗੀ ਕਰਦਿਆਂ ਬ੍ਰਹਮ ਗਿਆਨ ਤੇ ਕੋਈ ਪਹੁੰਚ ਗਿਆ, ਉਹਨੂੰ ਸੰਤ ਕਹਿ ਲਓ, ਭਗਤ ਕਹਿ ਲਓ, ਠੀਕ ਹੈ। ਪਹਿਲਾ ਨੰਬਰ ਹੁੰਦਾ ਪਰਮਾਤਮਾ ਦਾ, ਦੂਜਾ ਨੰਬਰ ਹੁੰਦਾ ਗੁਰੂ ਦਾ, ਤੀਜਾ ਨੰਬਰ ਹੁੰਦਾ ਭਗਤ ਦਾ, ਚੌਥਾ ਨੰਬਰ ਹੁੰਦਾ ਸੰਤ ਦਾ। ਸੰਤ ਤੋਂ ਉੱਪਰ ਭਗਤ ਹੁੰਦਾ ਹੈ। ਭਗਤਾਂ ਦੀ ਬਾਣੀ ਸ਼੍ਰੀ ਗੁਰੂ ਰਸ ਦਰਜ ਹੈ। ਸੰਤ ਤਾਂ ਇੰਨੇ ਸਨ ਉਸ ਵੇਲੇ, ਪਤਾ ਨਹੀਂ ਕਿੰਨੇ ਸਨ, ਭਗਤ ਸਨ ਉਹ। ਪਰਮਾਤਮਾ ਦੇ ਨੂੰ ਪ੍ਰਤੱਖ ਤੌਰ 'ਤੇ ਪ੍ਰਾਪਤੀ ਹੋਈ ਸੀ। ਇੰਨੀ ਕਮਾਈ ਸੀ ਉਹਨਾਂ ਦੀ, ਜਿੰਨੀ ਕਮਾਈ ਉਨੀ ਬਚਣਾ ਤਾਕਤ ਹੁੰਦੀ ਹੈ। ਆਹ ਗੁਰਬਾਣੀ ਹੈ, ਕਿਉਂ ਇੰਨੀ ਤਾਕਤ ਇਹਦੇ 'ਚ? ਇਹ ਜਿਨ੍ਹਾਂ ਦੇ ਬੋਲ ਨੇ ਉਹਨਾਂ 'ਚ ਤਾਕਤ ਸੀ। ਕਮਾਈ ਵਾਲੇ ਬੰਦਾ ਜਦੋਂ ਬੋਲਦਾ ਨਾ, ਉਹ ਸੱਚ ਹੋ ਜਾਂਦਾ ਹੈ। ਹਾਂਜੀ, ਇਹ ਸੱਚ ਹੈ। ਭਗਤ ਮੁੱਖ ਤੇ ਬੋਲਦੇ ਸੇ ਵਚਨ ਹੁੰਦੇ, ਉਹ ਵਚਨ ਹੁੰਦੇ ਨੇ, ਐਵੇਂ ਨਹੀਂ ਬੋਲਦੇ ਉਹ। ਸੋ ਇਸ ਲਈ ਤੁਸੀਂ ਕਦੇ ਵੀ ਦੇਖਿਓ, ਜੇ ਪਹੁੰਚੇ ਹੋਏ ਸ਼ਬਦ ਬੋਲਦੇ ਹੀ ਘੱਟ ਨੇ, ਉਹ ਆਪਣਾ ਆਨੰਦ 'ਚ ਰਹਿੰਦੇ ਨੇ ਮਸਤ, ਐਵੇਂ ਨਹੀਂ ਬੋਲਦੇ ਬਲਦੇ ਫਿਰਦੇ ਉਹ ਹੌਲੀ ਚੁੱਪ ਹੁੰਦੇ ਜਾਂਦੇ। ਉਹਨਾਂ ਦਾ ਨਾ ਰੁਚੀ ਨਹੀਂ ਰਹਿੰਦੀ ਹੈ ਫਿਰ ਸੰਸਾਰ ਦੇ ਵਿੱਚ, ਉਹ ਆਨੰਦ 'ਚ ਰਹਿੰਦੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਨੂੰ ਪ੍ਰੇਰਨਾ ਮਿਲੇ, ਆਪਾਂ ਵੀ ਭਜਨ ਬੰਦਗੀ ਕਰੀਏ, ਆਪਣੇ ਜੀਵਨ ਨੂੰ ਸਫਲ ਕਰੀਏ, ਕਿਉਂਕਿ ਆਪਾਂ ਗ੍ਰਸਤੀ ਹਾਂ, ਆਪਾਂ ਸੰਸਾਰੀ ਹਾਂ। ਆਪਾਂ ਕਈ ਵਾਰ ਓਨਾ ਸਮਾਂ ਨਹੀਂ ਕੱਢ ਸਕਦੇ ਜਿੰਨਾ ਸਾਨੂੰ ਕੱਢਣਾ ਚਾਹੀਦਾ। ਪਰ ਇੱਕ ਗੱਲ ਤੁਸੀਂ ਯਾਦ ਰੱਖਿਓ, ਜੇ ਤੁਸੀਂ ਇਸ ਪਾਸੇ ਲੱਗ ਪਏ ਹੋ ਨਾ, ਪਰਮਾਤਮਾ ਤੁਹਾਨੂੰ ਜ਼ਰੂਰ ਵੇਲ ਦੇਵੇਗਾ। ਇਹ ਅਸੂਲ ਹੈ। ਜਿੰਨੀ ਤੁਸੀਂ ਭਜਨ ਬੰਦਗੀ ਵਧਾਈ ਜਾਓ, ਪਰਮਾਤਮਾ ਉਨੀ ਤੁਹਾਨੂੰ ਵੇਲ ਦੇਈ ਜਾਵੇਗਾ। ਇਹ ਲੱਗੇ ਰਹੋ, ਆਪੇ ਕਿਰਪਾ ਹੋ ਜਾਏਗੀ। ਇਹ ਕੰਮ ਧੰਦੇ ਪਰਮਾਤਮਾ ਆਪੇ ਸਵਾਰੀ ਜਾਣੇ ਨੇ। ਭਜਨ ਬੰਦਗੀ ਕਰਦੇ ਰਹੋ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ, ਆਪੇ ਸਵਾਰ ਦੇਗਾ। ਇਹ ਉਹਨੂੰ ਫਿਕਰ ਹੁੰਦਾ ਹੈ। ਸਾਨੂੰ ਉਹਦੀ ਭਜਨ ਬੰਦਗੀ ਦਾ ਫਿਕਰ ਹੈ, ਉਹਨੂੰ ਸਾਡੇ ਕੰਮਾਂ ਦਾ ਫਿਕਰ ਹੈ, ਕਿਉਂਕਿ ਆਪਸੀ ਪਿਆਰ ਹੈ ਨਾ। ਜਿੱਥੇ ਪਿਆਰ ਹੋਏਗਾ ਫਿਰ ਇੱਕ ਨੂੰ ਨਹੀਂ ਹੁੰਦਾ, ਦੂਜੇ ਨੂੰ ਵੀ ਹੁੰਦਾ। ਗੁਰੂ ਮਹਾਰਾਜ ਕਿਰਪਾ ਕਰਨ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ